वर्ण न सको। तू ठाकुर ऊच भगवाना, मैं मूर्ख की केतक बात है। कोट पराधी तरिया रे, गुरु नानक जिन सुनिया पिखिया। से फिर गुरभासना परया रे। सतनाम। श्री वाहिगुरु साहिब जी, जे को गुर ते बेमुख होवै। बिन सतगुर मुक्त न पावै। पावै मुक्त न होर थै कोई। पुछो बबेकियाँ जाए। अनेक जोनी भर में आवे। बिन सतगुर मुक्त न पाए। फिर मुक्त पाए लाग चरणी। सतगुरु शब्द सुनाए। कहे नानक विचार देखो। बिन सतगुर मुक्त ना पाए। कहे नानक विचार देखो। बिन सतगुर मुक्त न पाए। वाहिगुरु जी का खालसा, वाहिगुरु जी की फतेह। सतगुरु गुरु गरीब निवाज धन धन साहिब श्री गुरु ग्रंथ से महाराज सच्चे पातशाह जी की पावन गुरगोद विच हफ्तावारी दीवाना की हाज़री भर रही सन्मानयोग साध संगत वडभागी हम। धन श्री गुरु ग्रंथ से महाराज जी की मेहरामत बख्शिश कृपा दयालता सदका अज असीं धन धन ब्रह्म ज्ञानी बाबा बुढ़ा साहिब जी का जिथे जन्म दिवस अते उन्होंने याद कर रहे हैं। समुचिया संगतां दे वल्लों समागमां दीयां सेवावां होईयां। सो आप जी नूं बहुत बहुत बाबा बुढ़ा साहिब जी के जन्म दिन दीयां वधाइयां होवण। जन्म लफज भी कोई माड़ा नहीं है। कई दफा एकदम साडे मन में आ जाता है, ज्ञानी जी जन्मदिन क्यों कहते हो। भाई साहब शब्द पढ़ रहे सन, जन्म मरण दोहू मैं नाही, जन पर पुकारी आए। जमिया भगत पूत गोबिंद का अनेका उदाहरणा ने। जे संसार का भला करने वास्ते दुनिया ते आना है, तो फिर शरीरक जन्म का होना बड़ा लाजमी है। वो शरीरक जन्म का होना बड़ा लाजमी है। तो वो शरीरक जन्म सतगुरां की रहमत सदका हर एक मनुख नूं मिलदा है। सो आओ कुछ इतिहासक पक्ष ते कुछ गुरबाणी के गुरबाणी की रोशनी दे विच आपां विचार करने की कोशिश करांगे। लड़ीवार विचार चल रही है। गुरु अमरदास साहिब जी की बाणी श्री आनंद साहिब जी तो पावन बचन आपां श्रवण कीते ने। जे को गुर ते बेमुख होवै, बिन सतगुर मुक्त न पावै। हुण इत्थे शरीर की मुक्ति की गल नहीं, इत्थे गल कीती है कि जिहड़ा मन मनुख का विषय विकारां दे विच बन्निया होया ते वो मुक्त नहीं है। जे शरीर किसी गुनाह दे करके जेल चलिया जाए
ਤਾਂ ਬੜੇ ਤਰੀਕੇ ਨੇ ਉਹਦੇ ਵਿੱਚੋਂ ਰਿਹਾ ਕਰਾਉਣ ਦੇ। ਪਰ ਜੇ ਮਨ ਮਨੁੱਖ ਦਾ ਬੰਧਨਾਂ ਦੇ ਵਿੱਚ ਪੈ ਜੇ ਤੇ ਉਹਨੂੰ ਮੁਕਤ ਕਰਨ ਦਾ ਇੱਕੋ ਇੱਕ ਸਾਧਨ ਹੈ, ਉਹ ਹੈ ਗੁਰੂ। ਜੇ ਕੋ ਗੁਰ ਤੇ ਬੇਮੁਖ ਹੋਵੇ, ਜੇ ਕੋਈ ਬੰਦਾ ਸੰਸਾਰ ਵਿੱਚ ਬਾਹਰ ਗੁਨਾਹ ਕਰਕੇ ਆ ਜੇ ਤਾਂ ਉਹਨੇ ਆ ਕੇ ਗੁਰੂ ਦੇ ਚਰਨਾਂ ਦੇ ਵਿੱਚ ਆਪਣੇ ਗੁਨਾਹਾਂ ਬਾਰੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਮੈਂ ਪਾਪੀ ਹਾਂ, ਮੈਂ ਬੜੇ ਪਾਪ ਕੀਤੇ ਨੇ, ਗੁਨਾਹ ਕੀਤੇ ਨੇ ਤੇ ਮੈਨੂੰ ਤੁਸੀਂ ਖਿਮਾ ਕਰੋ। ਪਰ ਜੇ ਕੋਈ ਗੁਰੂ ਕੋਲ ਹੀ ਇਹ ਗੁਨਾਹ ਕਰ ਦਵੇ ਤਾਂ ਫਿਰ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਜਾ ਕੇ ਉਹ ਆਪਣੇ ਗੁਨਾਹਾਂ ਨੂੰ ਬਖਸ਼ ਸਕੇ। ਤੋ ਇਹੀ ਖਿਆਲ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਕਹਿੰਦੇ ਜੇ ਕੋ ਗੁਰ ਤੇ, ਜੇ ਕੋਈ ਮਨੁੱਖ ਗੁਰੂ ਤੋਂ ਬੇਮੁਖ ਹੋ ਜੇ। ਬੇਮੁਖ ਦੇ ਅਰਥ ਹੁੰਦੇ ਨੇ ਕਿ ਗੁਰੂ ਦੀ ਹੋਂਦ ਨੂੰ, ਗੁਰੂ ਦੇ ਉਪਦੇਸ਼ ਨੂੰ, ਗੁਰੂ ਦੀ ਬਾਣੀ ਨੂੰ, ਭਾਵ ਗੁਰੂ ਦੀ ਹਰ ਇੱਕ ਗੱਲ ਤੋਂ ਇਨਕਾਰੀ ਜਿਹੜਾ ਹੋ ਜੇ ਉਹਨੂੰ ਕਹਿੰਦੇ ਨੇ ਬੇਮੁਖ। ਇੱਕ ਤੇ ਆਪਾਂ ਕਹਿੰਦੇ ਆ ਨਾ ਵੀ ਜਿਹਦਾ ਅੰਮ੍ਰਿਤ ਨਹੀਂ ਛਕਿਆ ਜੀ ਉਹ ਬੇਮੁਖ ਨੇ। ਬੜੇ ਦੁਨੀਆ ਦੇ ਵਿੱਚ ਐਸੇ ਮਿਲ ਜਾਣਗੇ ਅੰਮ੍ਰਿਤ ਛਕ ਕੇ ਵੀ ਉਹ ਬੇਮੁਖ ਨੇ, ਅੰਮ੍ਰਿਤ ਛਕ ਕੇ ਵੀ ਉਹ ਬੇਮੁਖ ਨੇ। ਭਾਵ ਜੇ ਅੰਮ੍ਰਿਤ ਦੀ ਦਾਤ ਲੈ ਕੇ ਵੀ ਅਸੀਂ ਉਹੀ ਵਹਿਮ ਭਰਮ ਕਰਮ ਕਾਂਡ ਕਰਨੇ ਨੇ ਤੇ ਮੇਰੇ ਖਿਆਲ 'ਚ ਵੀ ਜਿਹਨੇ ਨਹੀਂ ਅੰਮ੍ਰਿਤ ਛਕਿਆ ਉਹ ਬੇਮੁਖ ਉਹ ਤਾਂ ਹੈ ਹੀ, ਪਰ ਉਦੋਂ ਵੱਡਾ ਬੇਮੁਖ ਉਹ ਹੈ ਜਿਹਨੇ ਅੰਮ੍ਰਿਤ ਵੀ ਛਕ ਲਿਆ ਤੇ ਗੁਰੂ ਬਾਰੇ ਜਾਣਦਾ ਵੀ ਹੈ ਪਰ ਗੁਰੂ ਦੀ ਗੱਲ ਉਹ ਫਿਰ ਵੀ ਨਹੀਂ ਮੰਨਦਾ। ਜੇ ਕੋ ਗੁਰ ਤੇ ਬੇਮੁਖ ਹੋਵੇ। ਇੱਕ ਹੋਰ ਉਦਾਹਰਨ, ਕੋਈ ਧਨਵਾਨ ਬੰਦਾ, ਕੱਲ ਨਾ ਇੱਥੇ ਪ੍ਰੋਗਰਾਮ ਜਾਂਦੇ ਸੀ ਤੇ ਬੋਲ ਬੋਲ ਕੇ ਮੇਰਾ ਗਲਾ ਥੋੜਾ ਜਿਹਾ ਬੈਠਿਆ ਹੋਇਆ। ਕੋਸ਼ਿਸ਼ ਮੈਂ ਪੂਰੀ ਕਰ ਰਿਹਾ ਆਪਣੇ ਵੱਲੋਂ, ਤਾਂ ਹੀ ਮੈਂ ਜਗਮੋਹਨ ਸਿੰਘ ਨੂੰ ਕਹਿੰਦਾ ਸੀ ਥੋੜੀ ਜਿਹੀ ਆਵਾਜ਼ ਕਰ ਲਈ ਤੇ ਉਹ ਤੁਸੀਂ ਮੈਨੂੰ ਖਿਮਾ ਕਰਿਓ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਧਨਵਾਨ ਬੰਦਾ, ਉਹਨੇ ਆਪਣੇ ਬੱਚੇ ਨੂੰ ਬੇਅੰਤ ਪਦਾਰਥ ਦਿੱਤੇ, ਬੜੀਆਂ ਸਹੂਲਤਾਂ ਦਿੱਤੀਆਂ, ਪਰ ਉਹਦਾ ਬੱਚਾ ਫਿਰ ਵੀ ਚੌਂਕ ਦੇ ਵਿੱਚ ਜਾ ਕੇ ਭੀਖ ਮੰਗ ਰਿਹਾ, ਕਿਸੇ ਨੂੰ ਕਹਿ ਰਿਹਾ ਮੈਨੂੰ ਕੁਝ ਖਾਣ ਲਈ ਦਿਓ, ਕਿਸੇ ਨੂੰ ਕਹਿੰਦਾ ਕੁਝ ਪਹਿਨਣ ਲਈ ਦਿਓ। ਪਰ ਸ਼ਹਿਰ ਦੇ ਸਾਰੇ ਲੋਕਾਂ ਨੂੰ ਪਤਾ ਹੈ ਕਿ ਇਹਦਾ ਪਿਓ ਧਨਾਢ ਹੈ, ਅਮੀਰ ਹੈ, ਕਿਸੇ ਚੀਜ਼ ਦੀ ਕਮੀ ਨਹੀਂ। ਪਰ ਬੇਸ਼ਰਮੀ ਦੀ ਇੰਤਹਾ ਇਹ ਹੋ ਗਈ ਕਿ ਇਹਦਾ ਪਿਓ ਧਨਵਾਨ ਤੇ ਪਿਓ ਦੇ ਧਨਵਾਨ ਹੁੰਦਿਆਂ ਪੁੱਤ ਚੌਂਕ ਦੇ ਵਿੱਚ ਖਲੋ ਕੇ ਭੀਖ ਮੰਗ ਰਿਹਾ ਹੈ ਖਾਣ ਲਈ ਤੇ ਪਹਿਨਣ ਲਈ, ਤੇ ਇਹਦੋਂ ਵੱਡੀ ਜ਼ਿਲਤ ਕੀ ਹੋ ਸਕਦੀ ਹੈ। ਇਹ ਗੱਲ ਕਿਸੇ ਧਨਵਾਨ ਦੀ ਜਾਂ ਇਹ ਗੱਲ ਕਿਸੇ ਉਸ ਬੱਚੇ ਦੀ ਨਹੀਂ, ਇਹ ਗੱਲ ਸਾਡੀ ਹੋ ਰਹੀ ਹੈ। ਜਿਹਦਾ ਪਿਓ, ਜਿਹਦੇ ਪਿਤਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਗਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮਾ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਬੇਅੰਤ ਉਦਾਹਰਨਾਂ ਨੇ। ਪਿਉ ਦਾਦੇ ਦਾ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਗੁਰੂ ਅਰਜਨ ਦੇ ਮਹਾਰਾਜ ਜੀ ਤੱਕ ਇੰਨਾ ਮਹਾਨ ਇਹ ਬਾਣੀ ਦਾ ਖਜ਼ਾਨਾ ਹੈ। ਗੱਲ ਉਸ ਅਮੀਰ ਦੀ ਜਾਂ ਅਮੀਰ ਬੱਚੇ ਦੇ ਭੀਖ ਮੰਗਣ ਦੀ ਨਹੀਂ। ਤੇ ਮੈਨੂੰ ਇਹ ਖਿਆਲ ਮਿਲਿਆ ਕਿ ਸਾਡਾ ਅਮੀਰ ਪਿਤਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅਸੀਂ ਅਮੀਰ ਗੁਰੂ ਦੇ ਪੁੱਤਰ ਸਿੱਖ ਹੋ ਕੇ ਫਿਰ ਵੀ ਅਸੀਂ ਜਾ ਕੇ ਡੇਰਿਆਂ ਤੇ ਠਾਠਾਂ ਤੇ ਬਾਬਿਆਂ ਦੇ ਕੋਲ ਜਾ ਕੇ ਅਸੀਂ ਆਸ ਲਾਈਏ ਕਿ ਸਾਡੇ ਤੇ ਕਿਰਪਾ ਕਰੋ। ਤੇ ਫਿਰ ਸਾਡੇ ਲਈ ਇਹ ਜ਼ਿਲਤ ਵਾਲੀ ਗੱਲ ਨਹੀਂ ਤੇ ਹੋਰ ਕੀ ਹੈ। ਸਾਡੇ ਲਈ ਵੀ ਇਹ ਨਮੋਸ਼ੀ ਵਾਲੀ ਗੱਲ ਹੈ। ਬਾਣੀ ਵਿੱਚੋਂ ਸਿੱਧ ਕਰਨ ਦੀ ਕੋਸ਼ਿਸ਼ ਕਰਾਂਗੇ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਆਪਾਂ ਜਨਮ ਦਿਵਸ ਮਨਾ ਰਹੇ ਹਾਂ। ਜੇ ਇਤਿਹਾਸ ਦੀ ਖੋਜ ਕਰੀਏ 1469 ਤੋਂ ਲੈ ਕੇ
1604 ਈਸਵੀ ਤੱਕ ਇਹ ਗੁਰਬਾਣੀ ਦਾ ਯੁੱਗ ਰਿਹਾ ਹੈ, ਕਿਉਂਕਿ 1604 ਈਸਵੀ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ ਰਾਮਸਰ ਦੀ ਧਰਤੀ ਤੇ ਤਾਂ ਇਸ ਪਾਵਨ ਸਰੂਪ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਸੀਸ ਦੇ ਉੱਪਰ ਬੜੇ ਅਦਬ ਸਤਿਕਾਰ ਨਾਲ ਰੱਖ ਕੇ ਚੌਰ ਸਾਹਿਬ ਦੀ ਸੇਵਾ ਆਪ ਕੀਤੀ ਤੇ ਇੱਕ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੰਗਤਾਂ ਪਿੱਛੇ ਪਿੱਛੇ ਸ਼ਬਦ ਚੌਂਕੀ ਗਾਇਨ ਕਰਦੀਆਂ ਆਈਆਂ ਤੇ ਪਾਵਨ ਸਰੂਪ ਨੂੰ ਹਰਿਮੰਦਰ ਸਾਹਿਬ ਵਿਖੇ ਦਰਬਾਰ ਦੇ ਵਿੱਚ ਲਿਆ ਕੇ ਪ੍ਰਕਾਸ਼ ਕਰਨ ਵਾਸਤੇ ਉਦੋਂ ਤੋਂ ਲੈ ਕੇ 1604 ਤੋਂ ਲੈ ਕੇ ਤੇ ਹੁਣ ਤੱਕ ਕੇਵਲ ਤੇ ਕੇਵਲ ਹਰਿਮੰਦਰ ਸਾਹਿਬ ਦੇ ਵਿੱਚ ਇੱਕੋ ਵਾਰੀ ਕਥਾ ਹੋਈ ਹੈ ਸ਼ਬਦ ਦੀ। ਇਹ ਤੇ ਉਦੋਂ ਤੋਂ ਲੈ ਕੇ ਹੁਣ ਤੱਕ ਨਰੋਲ ਗੁਰਬਾਣੀ ਦਾ ਉੱਥੇ ਕੀਰਤਨ ਹੀ ਹੋ ਰਿਹਾ ਹੈ ਤੇ ਜਿਹੜਾ ਸ਼ਬਦ ਮੁੱਖ ਵਾਕ ਰੂਪ ਦੇ ਵਿੱਚ ਆਇਆ ਸੀ ਉਹ ਲਗਭਗ ਤੁਹਾਨੂੰ ਸਭ ਨੂੰ ਯਾਦ ਹੈ। ਸੂਹੀ ਰਾਗ ਵਿੱਚ ਸਾਰੀ ਰਾਤ ਖਿਆਲ ਵਿਚਾਰ ਕਰਦਿਆਂ ਲੰਘੇ ਕਿ ਇਹਨਾਂ ਮਹਾਨ ਗ੍ਰੰਥ ਤੇ ਇਸ ਗ੍ਰੰਥ ਨੂੰ ਪੜ੍ਹ ਕੇ ਸੰਗਤ ਨੂੰ ਸੁਣਾਉਣ ਵਾਲਾ ਉਹ ਵੀ ਮਹਾਨ ਹੋਣਾ ਚਾਹੀਦਾ ਹੈ, ਉਹ ਮਹਾਨ ਚਾਹੀਦਾ ਹੈ। ਇਹਦਾ ਮਤਲਬ ਮਹਾਨ ਉਹਨਾਂ ਸਮਿਆਂ ਵਿੱਚ ਗੁਰਸਿੱਖ ਹੋਰ ਵੀ ਬੜੇ ਸਨ। ਬਹਾਦਰ ਬਿਧੀ ਚੰਦ ਵੀ ਸੀ, ਹੋਰ ਅਨੇਕਾਂ ਭਾਈ ਸਾਲੋ ਵਰਗੇ ਬੜੇ ਗੁਰਮੁਖ ਪਿਆਰੇ, ਪਾਰੋ ਵਰਗੇ, ਪਰ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੀ ਸੋਚ ਜਾਂ ਵਿਚਾਰਧਾਰਾ ਉਹ ਬਾਬਾ ਬੁੱਢਾ ਸਾਹਿਬ ਜੀ ਦੇ ਵੱਲ ਤਾਂ ਜਾਂਦੀ ਹੈ। ਇਤਿਹਾਸ ਕਹਿੰਦੇ ਕਿ ਬਾਬਾ ਬੁੱਢਾ ਸਾਹਿਬ ਜੀ ਨੇ 7 ਪਾਤਸ਼ਾਹੀਆਂ ਦੇ ਦਰਸ਼ਨ ਤੇ 5 ਪਾਤਸ਼ਾਹੀਆਂ ਨੂੰ ਆਪਣੇ ਹੱਥੀਂ ਤਿਲਕ ਭਾਵ ਗੁਰਿਆਈ ਦੀ ਜਿਹੜੀ ਮਰਜ਼ਾਦਾ ਸੀ ਤੇ ਉਹ ਬਾਬਾ ਬੁੱਢਾ ਸਾਹਿਬ ਜੀ ਦੀ ਹਾਜ਼ਰੀ ਵਿੱਚ ਹੋਈ। ਇਸ ਲਈ ਬਾਬਾ ਬੁੱਢਾ ਸਾਹਿਬ ਜੀ ਨੇ ਆਪਣੀਆਂ ਨੇਤਰਾਂ ਦੇ ਨਾਲ, ਆਪਣੀਆਂ ਅੱਖਾਂ ਦੇ ਨਾਲ ਗੁਰਬਾਣੀ ਦਾ ਯੁੱਗ ਵੀ ਦੇਖਿਆ ਤੇ ਸ਼ਹੀਦੀਆਂ ਵੀ ਦੇਖੀਆਂ। ਤੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੀ ਮੈਂ ਅਰਜ਼ ਕਰਨ ਲੱਗਾ ਸਾਂ ਕਿ 1469 ਤੋਂ ਲੈ ਕੇ 1604 ਈਸਵੀ ਤੱਕ ਗੁਰਬਾਣੀ ਦਾ ਯੁੱਗ ਰਿਹਾ ਤੇ 1604 ਤੇ 6 ਵਿੱਚ ਆਪਾਂ ਵੇਖਦੇ ਹਾਂ ਸ਼ਹੀਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੁੰਦੀ ਹੈ ਤੇ 1604 ਤੋਂ ਲੈ ਕੇ 1708 ਤੱਕ ਫਿਰ ਸ਼ਹੀਦੀਆਂ ਦਾ ਯੁੱਗ ਰਹਿੰਦਾ ਹੈ। 1708 ਤੋਂ ਲੈ ਕੇ 1762 ਤੱਕ ਇਹ ਫਿਰ ਇੰਜ ਕਹਿ ਲਓ ਜਿਹੜੇ ਸ਼ਹੀਦ ਸਨ, ਜਿਹੜੇ ਗੁਰਸਿੱਖ ਸਨ, ਇਹ ਫਿਰ ਸਾਰਾ ਇੰਜ ਕਹਿ ਲਓ ਉਹਨਾਂ ਸਮਿਆਂ ਦੇ ਵਿੱਚ ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਇੱਕ ਕਸਵੱਟੀ ਦਾ ਫਿਰ ਇਮਤਿਹਾਨ ਦਾ ਯੁੱਗ ਵੀ ਸ਼ੁਰੂ ਹੋਇਆ। ਜਿਹੜੀ ਬੇਨਤੀ ਕਰ ਰਹੀ ਸਾਂ ਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਫਿਰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜੇ ਬਚਨ ਕਹੇ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣੈ ਸਭ ਪੰਥ। ਖੋਲੋ ਗ੍ਰੰਥ ਦੇ ਅਰਥ ਨੇ ਵੀ ਪ੍ਰਕਾਸ਼ ਕਰੋ ਤੇ ਆਵਾਜ਼ ਦੇ ਅਰਥ ਨੇ ਮੁੱਖ ਵਾਕ ਲਓ। ਤੇ ਫਿਰ ਉਹ ਬੁੱਢਾ ਸਾਹਿਬ ਗ੍ਰੰਥ ਜਬ ਖੋਲਾ ਲੈ ਆਵਾਜ਼ ਮੁਖਤਾ ਬੋਲਾ, ਪ੍ਰਕਾਸ਼ ਕੀਤਾ ਮੁੱਖ ਵਾਕ ਲਿਆ ਸੂਹੀ ਮਹੱਲਾ ਪੰਜਵਾ, ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ, ਸੰਤਾਂ ਬਹੁ ਵਚਨ ਹੈ, ਇੱਕ ਦੀ ਗੱਲ ਨਹੀਂ ਹੋ ਰਹੀ। 15 ਭਗਤ ਨੇ, 6 ਗੁਰੂ ਸਾਹਿਬਾਨਾਂ ਦੀ ਬਾਣੀ, 4 ਗੁਰਸਿੱਖ ਨੇ। ਉਹ ਸਾਰਾ ਖਜ਼ਾਨਾ ਜਿਹੜਾ ਕਾਰਜ ਹੈ ਗੁਰੂ ਨੇ ਆਪ ਵਿੱਚ ਵਰਤ ਕੇ ਕੀਤਾ। ਤੋ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਵੀ ਰਹਿਮਤ ਦੇ ਪਾਤਰ ਬਾਬਾ ਬੁੱਢਾ ਸਾਹਿਬ ਜੀ ਹਮੇਸ਼ਾ ਬਣੇ ਰਹੇ। ਤੇ ਹੁਣ ਮੈਂ ਜਨਮ ਦੇ ਸੰਬੰਧ ਵਿੱਚ ਆਵਾਂ। 7 ਪਾਤਸ਼ਾਹੀਆਂ ਤੇ 5 ਗੁਰੂ ਸਾਹਿਬਾਨਾਂ ਨੂੰ ਗੁਰਿਆਈ ਦਾ ਤਿਲਕ ਮਰਜ਼ਾਦਾ ਨਿਭਾਉਣ ਵਾਲੇ ਇਸ ਪਰ ਉਪਕਾਰੀ ਸੇਵਾ ਤੇ ਸਿਮਰਨ ਦੇ ਪੁੰਜ ਤੇ ਮਹਾਨ ਸ਼ਸਤਰ ਵਿਦਿਆ ਦੇ ਵਿੱਚ ਵੀ ਤੇ ਸ਼ਾਸਤਰ ਵਿਦਿਆ ਦੇ ਵਿੱਚ ਵੀ ਇਹ ਪੂਰੇ ਨਿਪੁੰਨ ਸਨ।
ਇਹਨਾਂ ਦੀ ਆਮਦ, ਇਹਨਾਂ ਦਾ ਜਨਮ ਵਿਦਵਾਨਾਂ ਦੇ ਦੱਸਣ ਦੇ ਮੁਤਾਬਕ 1631 22 ਅਕਤੂਬਰ ਭਾਈ ਸੁੱਗਾ ਰੰਧਾਵਾ ਜੀ ਤੇ ਮਾਤਾ ਗੌਰਾ ਜੀ ਦੀ ਕੁੱਖ ਤੋਂ, ਜਿਸ ਨਗਰ ਨੂੰ ਪਹਿਲੋਂ ਗੱਗੋ ਨੰਗਲੀ ਕਹਿੰਦੇ ਸਨ, ਬਾਅਦ ਵਿੱਚ ਉਹ ਕੱਥੂ ਨੰਗਲ ਪਿਆ। ਤੋ ਇਸ ਨਗਰ ਦੇ ਵਿੱਚ ਇਹਨਾਂ ਦੀ ਆਮਦ ਹੋਈ। ਮਾਤਾ ਗੌਰਾ ਜੀ ਜੈਸਾ ਨਾਮ ਵੈਸੀ ਖਿਆਲ ਨੇ। ਹਰ ਸਮੇਂ ਆਪਣੇ ਬੱਚੇ ਦੇ ਵੱਲ ਗੌਰ ਧਿਆਨ ਰੱਖਣਾ, ਉੱਚੇ ਸੁੱਚੇ ਜੀਵਨ ਦੇ ਬਾਰੇ ਬੜੀਆਂ ਸਿੱਖਿਆਵਾਂ ਦੇਣੀਆਂ। ਗੁਰਬਾਣੀ ਦੇ ਵਿੱਚ ਜਿੱਥੇ ਇਸ਼ਾਰਾ ਬਹੁਤਾ ਮਾਂ ਦੇ ਵੱਲ ਕੀਤਾ ਗਿਆ, ਕਿਉਂ ਮਾਂ ਦੇ ਵੱਲ ਇਸ਼ਾਰਾ ਤਾਂ ਕੀਤਾ ਵੀ ਬਹੁਤਾ ਸਮਾਂ ਸੰਬੰਧ ਬੱਚੇ ਦਾ, ਧੀ ਦਾ, ਪੁੱਤਰ ਦਾ ਉਹ ਮਾਂ ਦੇ ਨਾਲ ਰਹਿੰਦਾ ਹੈ। ਪਹਿਲੋਂ ਮਾਤ ਗਰਭ ਮੈਂ ਆਪਨ ਸਿਮਰਨ ਦੇ, ਪਹਿਲਾਂ ਮਾਤਾ ਆਪਣੇ ਗਰਭ ਦੇ ਵਿੱਚ, ਉਸ ਤੋਂ ਬਾਅਦ ਜਨਮ ਤੋਂ ਬਾਅਦ ਉਹਦੀ ਪਰਵਰਿਸ਼ ਕਰਨੀ। ਬਹੁਤਾ ਸਮਾਂ ਨਿਕਟ ਵਰਤੀ ਹੈ ਜਿਹੜਾ ਉਹ ਮਾਂ ਦੀ ਸਿੱਖਿਆ ਦੇ ਹੇਠ ਬੱਚੇ ਦਾ ਜੀਵਨ ਗੁਜ਼ਰਦਾ ਹੈ, ਕਿਉਂਕਿ ਪਿਤਾ ਬਹੁਤਾ ਸਮਾਂ ਬਾਹਰ ਕੰਮ ਕਾਰ ਕਿਰਤ ਕਰਨੀ। ਇਤਿਹਾਸ ਕਹਿੰਦਾ ਮਾਤਾ ਜੀ ਨੇ ਬੜੀਆਂ ਸਿੱਖਿਆਵਾਂ ਦੇਣੀਆਂ। ਕਹਿੰਦੇ ਨੇ ਇਹਨਾਂ ਦੇ ਪਿਤਾ ਜੀ ਜਿਹੜੇ ਸੁੱਗਾ ਰੰਧਾਵਾ ਜੀ ਹਨ, ਤੇ ਉਸ ਸਮੇਂ ਇਸ ਇਲਾਕੇ ਦੇ ਵਿੱਚ ਕੁਝ ਸੋਕਾ ਪੈ ਗਿਆ, ਮੀਂਹ ਕਾਫੀ ਲੰਮਾ ਸਮਾਂ ਪਿਆ ਨਾ, ਫਸਲ ਬਾੜੀ ਹੋਈ ਨਾ। ਤੋ ਇਹਨਾਂ ਨੇ ਕੁਝ ਹਟ ਕੇ, ਕੁਝ ਦੂਰੀ ਤੇ ਜਾ ਕੇ ਕੁਝ ਜਗ੍ਹਾ ਖੇਤ ਖਰੀਦੇ ਤੇ ਉੱਥੇ ਖੇਤੀਬਾੜੀ ਕਰਨ ਲੱਗੇ, ਤੇ ਨਾਲ ਫਿਰ ਆਪਣੇ ਪੁੱਤਰ ਨੂੰ ਵੀ ਲੈ ਗਏ ਤੇ ਨਾਲੋਂ ਨਾਲ ਫਿਰ ਖੇਤੀਬਾੜੀ ਕਰਨੀ, ਮੱਝਾਂ ਗਾਵਾਂ ਚਾਰਨੀਆਂ। ਤੇ ਇਹ ਬਾਬਾ ਬੁੱਢਾ ਜੀ ਨੂੰ, ਆਪਣੇ ਪੁੱਤਰ ਨੂੰ ਨਾਮ ਸੀ ਬੂੜਾ, ਆਪਣੇ ਨਾਲ ਹਮੇਸ਼ਾ ਰੱਖਦੇ। ਇਤਿਹਾਸ ਕਹਿੰਦਾ ਜਗਤ ਗੁਰੂ ਨਾਨਕ ਦੇ ਮਹਾਰਾਜ ਜੀ ਤੇ ਸਤਿਕਾਰਯੋਗ ਭਾਈ ਮਰਦਾਨਾ ਜੀ ਜਦੋਂ ਇਸ ਇਲਾਕੇ ਤੇ ਇਸ ਧਰਤੀ ਦੇ ਵੱਲ ਆਏ, ਤੋ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਇਲਾਹੀ ਰੱਬੀ ਸ਼ਬਦ ਕੀਰਤਨ ਸਭ ਨੇ ਸੁਣਿਆ। ਸਭ ਸੁਣ ਕੇ ਚਲੇ ਗਏ, ਪਰ ਕਹਿੰਦੇ ਇਹ ਜਿਹੜਾ ਬਾਲਕ ਉਮਰ ਹੈ ਇਹਦੀ 12 ਸਾਲ ਦੀ, ਐਸਾ ਆਨੰਦ ਬਚਿਆ ਇਹ ਉੱਠ ਕੇ ਨਹੀਂ ਗਿਆ। ਸਮਾਪਤੀ ਹੁੰਦੀ ਹੈ। ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੜੀ ਪ੍ਰੇਰਨਾ, ਬੜਾ ਉਪਦੇਸ਼ ਆਪਸ ਦੇ ਵਿੱਚ ਵਿਚਾਰ ਹੋਈ। ਪੁੱਛਦੇ ਨੇ, ਇਤਿਹਾਸ ਇਹ ਕਹਿੰਦਾ ਕਿ ਘਰੋਂ ਬੂੜਾ ਜੀ ਗਏ, ਦੁੱਧ ਵੀ ਛਕਾਇਆ, ਲੰਗਰ ਪ੍ਰਸ਼ਾਦਾ ਪਾਣੀ, ਆਪਸ ਦੇ ਵਿੱਚ ਗੁਫ਼ਤਗੂ ਹੋਈ ਕਿ ਪੁੱਤਰਾ ਨਾਮ ਤੇਰਾ ਕੀ ਹੈ? ਕਹਿੰਦਾ ਨਾਮ ਹੈ ਬੂੜਾ। ਪਰ ਐਨੇ ਉੱਚੇ ਸੁੱਚੇ ਜਿਹੜੇ ਖਿਆਲ ਨੇ, ਇਹ ਸਿੱਖਿਆਵਾਂ ਕਿੱਥੋਂ ਮਿਲੀਆਂ? ਤੇ ਉਸ ਸਮੇਂ ਇਹ ਬਾਲਕ ਉਮਰ 12 ਸਾਲ ਦੀ, ਸਤਿਗੁਰੂ ਵੀ ਕਹਿੰਦੇ ਉਮਰ ਦੇ ਨਾਲੋਂ ਵੱਧ ਤੇਰੀ ਅਵਸਥਾ ਜ਼ਿਆਦਾ ਵੱਡੀ ਹੈ। ਕਈ ਦਫਾ ਉਮਰ ਬਹੁਤ ਹੁੰਦੀ ਹੈ ਤੇ ਅਵਸਥਾ ਬਹੁਤ ਛੋਟੀ ਹੁੰਦੀ ਹੈ। ਕਈ ਦਫਾ ਉਮਰ ਬਹੁਤ ਛੋਟੀ ਹੁੰਦੀ ਹੈ, ਪਰ ਉਮਰ ਦੇ ਨਾਲੋਂ ਬੰਦਾ ਗੱਲ ਬਹੁਤ ਉੱਚੀ ਤੇ ਲੰਮੀ ਕਰਦਾ ਹੈ ਅਵਸਥਾ। ਜਿਵੇਂ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਚਾਰੋਂ ਸਾਹਿਬਜ਼ਾਦਿਆਂ ਦੀ, 2 ਸਾਹਿਬਜ਼ਾਦਿਆਂ ਦੀ ਉਮਰ 10 ਸਾਲ ਤੋਂ ਥੱਲੇ ਹੈ ਤੇ 2 ਸਾਹਿਬਜ਼ਾਦਿਆਂ ਦੀ ਉਮਰ 18 ਸਾਲ ਤੋਂ ਥੱਲੇ ਹੈ। 4 ਸਾਹਿਬਜ਼ਾਦਿਆਂ ਦੀ ਉਮਰ 20 ਸਾਲਾਂ ਤੋਂ ਥੱਲੇ ਹੈ, ਪਰ ਉਮਰ ਕਰਕੇ ਬਹੁਤ ਛੋਟੇ ਨੇ, ਪਰ ਅਵਸਥਾ ਕਰਕੇ ਵੱਡੇ ਨੇ। ਤੇ ਜਿਹਦੀ ਅਵਸਥਾ ਵੱਡੀ ਹੋਵੇ, ਜਿਹਦੀ ਕਮਾਈ ਵੱਡੀ ਹੋਵੇ, ਤੇ ਕਮਾਈ ਵਾਲੇ ਨੂੰ ਗੁਰਬਾਣੀ ਨੇ ਆਖਿਆ ਬਾਬਾ। ਇੱਕ ਤੇ ਹੁੰਦਾ ਹੈ ਬਾਬਾ, ਜਿਵੇਂ ਸਾਡੇ ਪਿਓ ਦਾ ਪਿਤਾ, ਉਹਨੂੰ ਬਾਬਾ ਵੀ ਕਹਿੰਦੇ ਆ, ਦਾਦਾ ਵੀ ਕਹਿੰਦੇ ਆ। ਹੁਣ ਤੇ ਜਿਹੜੇ ਸਾਡੇ ਇਹ ਲਫ਼ਜ਼ ਸਨ ਮਾਤ ਪੰਜਾਬੀ ਭਾਸ਼ਾ ਦੇ, ਇੱਕੋ ਨੇ ਲੈ ਲਏ ਨੇ। ਆਂਟੀ ਤੇ ਅੰਕਲ ਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ, ਨਾ ਬਾਬੇ ਦਾ ਪਤਾ ਨਾ ਦਾਦੇ ਦਾ ਪਤਾ, ਸ਼ਾਰਟਕਟ ਹੀ ਹੋ ਗਿਆ ਸਾਰਾ ਕੰਮ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ਾਂ ਦੇ ਮਾਲਕ ਸਵਾਲ ਕੀਤਾ ਤੇ ਹੱਥ ਜੋੜ ਕੇ ਇਹ ਬਾਲਕ 12 ਸਾਲਾਂ ਦਾ ਕਹਿੰਦੇ ਕਿ ਪਾਤਸ਼ਾਹ ਜੀ ਇਹ ਸਾਰੀਆਂ ਸਿੱਖਿਆਵਾਂ, ਸਾਰਾ ਉਪਦੇਸ਼ ਮਾਤਾ ਜੀ ਨੇ ਬਖਸ਼ਿਆ ਹੈ।
ਪਰ ਕਹਿੰਦੇ ਆ ਲਾਗੇ ਸਾਡੀ ਪੈਲੀ ਹੈ, ਜ਼ਮੀਨ ਹੈ। ਇੱਕ ਦਿਨ ਕੀ ਵੇਖਿਆ ਕਿ ਖੇਤੀ ਐਨ ਪੂਰੇ ਜੋਰਾਂ ਤੇ ਸੀ। ਆਲੇ ਦਾਲੇ ਦੇ ਧਨਾੜ ਬੰਦੇ ਆਏ ਤੇ ਉਹਨਾਂ ਨੇ ਆਪਣੇ ਘੋੜਿਆਂ ਦੀਆਂ ਟਾਪਾਂ ਦੇ ਨਾਲ ਸਾਡੀ ਸਾਰੀ ਫਸਲ ਕੁਝ ਉਹਨਾਂ ਨੇ ਮਿੱਧ ਦਿੱਤੀ ਤੇ ਕੁਝ ਜ਼ਬਰਦਸਤੀ ਧੱਕੇ ਦੇ ਨਾਲ ਉਹ ਵੱਢ ਕੇ ਲੈ ਗਏ। ਤੇ ਮੇਰਾ ਬਾਪੂ ਖੂਹ ਤੇ ਖਲੋਤਾ ਵੇਖਦਾ ਰਿਹਾ ਤੇ ਮੇਰਾ ਬਾਪੂ ਉਹਨਾਂ ਹਾਕਮਾਂ ਦਾ ਕੁਝ ਕਰ ਨਾ ਸਕਿਆ। ਤੇ ਉੱਥੋਂ ਮੈਨੂੰ ਇਹ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਸਿੱਖਿਆ ਮਿਲੀ। ਕਹਿੰਦੇ ਮੇਰਾ ਬਾਪੂ ਕੁਝ ਕਰ ਨਾ ਸਕਿਆ, ਫਸਲ ਵੱਢ ਕੇ ਹਾਕਮ ਲੈ ਗਏ, ਖੇਤੀ ਉਹਨਾਂ ਨੇ ਤੈਸ਼ ਨੈਸ਼ ਕਰ ਦਿੱਤੀ। ਮੇਰੇ ਮਨ ਵਿੱਚ ਖਿਆਲ ਆਇਆ, ਮਨਾ ਆ ਜਿਹੜੀ ਉਮਰ ਹੈ, ਇਹ ਜਿਹੜਾ ਸਰੀਰ ਹੈ ਇੱਕ ਖੇਤ ਦੀ ਤਰ੍ਹਾਂ ਹੈ, ਇਹਦੇ ਅੰਦਰ ਤੂੰ ਨਾਮ ਦਾ ਬੀਜ ਬੀਜ ਲੈ, ਪਤਾ ਕੋਈ ਨਹੀਂ ਮੌਤ ਰੂਪ ਹਾਕਮ ਕਦੋਂ ਆਏ ਤੇ ਇਹਨੂੰ ਸਦਾ ਲਈ ਕਹਿੰਦੇ ਇਥੋਂ ਚੁਰਾ ਕੇ ਲੈ ਜਾਏ। ਜਦੋਂ ਇਹ ਬੋਲ ਜਗਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਸੁਣੇ ਤੇ ਬੜੇ ਖੁਸ਼ ਹੋਏ, ਕਹਿਣ ਲੱਗੇ ਉਮਰ ਤੋਂ ਵੀ ਅੱਗੇ ਦੀਆਂ ਗੱਲਾਂ ਕਰਦਾ ਹੈ, ਤੇਰਾ ਨਾਮ ਬੂਢਾ ਨਹੀਂ, ਤੂੰ ਤਾਂ ਅੱਜ ਤੋਂ ਸਾਡਾ ਬਾਬਾ ਬੁੱਢਾ ਹੈ। ਇਹਦਾ ਮਤਲਬ ਉੱਥੇ ਇਹ ਨਹੀਂ ਕਿ ਬਾਬਾ ਬੁੱਢਾ ਜੀ ਦੇ ਕੇਸ ਜਾਂ ਚਿੱਟੇ ਹੋ ਗਏ ਜਾਂ ਉਹਨਾਂ ਦਾ ਦਾੜਾ ਚਿੱਟਾ ਹੋ ਗਿਆ ਜਾਂ ਬਜ਼ੁਰਗ ਹੋ ਗਏ। ਦਰਅਸਲ ਉਹਨਾਂ ਦੀ ਸੁਰਤ ਨੂੰ, ਉਹਨਾਂ ਦੇ ਖਿਆਲ ਨੂੰ, ਉਹਨਾਂ ਦੇ ਉੱਚੇ ਸੁੱਚੇ ਵਿਚਾਰਾਂ ਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਸਾਡਾ ਬਾਬਾ ਬੁੱਢਾ ਹੈ। ਉਮਰ ਉਹਨਾਂ ਦੀ ਉਦੋਂ 12 ਸਾਲ ਦੀ ਸੀ, ਪਰ 125 ਸਾਲ ਦੀ ਉਮਰ ਬਾਬਾ ਬੁੱਢਾ ਸਾਹਿਬ ਦੀ 1688 ਵਿੱਚ ਬਾਬਾ ਬੁੱਢਾ ਸਾਹਿਬ ਜੀ ਪੰਜ ਭੂਤਕ ਸਰੀਰ ਤਿਆਗ ਕੇ ਸੱਚਖੰਡ ਪਿਆਨਾ ਉਹਨਾਂ ਨੇ ਕੀਤਾ ਸੀ। ਜਿਹੜੀ ਮੈਂ ਬੇਨਤੀ ਕਰਨ ਲੱਗਾ, ਕਹਿੰਦੇ ਉਸ ਸਮੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਰਹਿਮਤ ਕੀਤੀ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਭਾਈ ਲਹਿਣਾ ਆਉਂਦਾ ਹੈ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੇ 7 ਪਾਤਸ਼ਾਹੀਆਂ ਦੇ ਦਰਸ਼ਨ ਪਹਿਲਾਂ ਵੀ ਮੈਂ ਅਰਜ਼ ਕੀਤੀ ਹੈ। ਜਦੋਂ ਭਾਈ ਲਹਿਣਾ ਜੀ ਕਸਵੱਟੀ ਵਿੱਚ ਪੂਰੇ ਤੇ ਖਰੇ ਉਤਰ ਗਏ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਚੌਥੀ ਉਦਾਸੀ ਕਰਨ ਵਾਸਤੇ ਕਰਤਾਰਪੁਰ ਸਾਹਿਬ ਤੋਂ ਚੱਲੇ ਸਨ, ਤਾਂ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਦੀ ਸੇਵਾ ਸੰਭਾਲ, ਆਪਣੇ ਪਰਿਵਾਰ ਦੀ ਵਾਂਗ ਡੋਰ ਸਭ ਕੁਝ ਸਮੇਂ ਲਈ ਬਾਬਾ ਬੁੱਢਾ ਸਾਹਿਬ ਜੀ ਦੇ ਹੱਥ ਦਿੱਤੇ ਸੀ। ਸਮਾਂ ਆਪਣੀ ਚਾਲੇ ਤੁਰਿਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰ ਵਾਪਸ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਉਂਦੇ ਨੇ, ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਪਿਤਾ ਜੀ ਸੁੱਘਾ ਰੰਧਾਵਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਗਿਆ ਮੰਨੀ, ਹੱਥ ਜੋੜ ਕੇ ਆਖਿਆ ਕਿ ਜਗਤ ਗੁਰੂ ਨਾਨਕ ਪਾਤਸ਼ਾਹ ਜੀ ਤੁਹਾਡਾ ਹੁਕਮ ਹੋਵੇ, ਤੁਹਾਡੀ ਆਗਿਆ ਹੋਵੇ ਤੇ ਮੈਂ ਆਪਣੇ ਪੁੱਤਰ ਦੀ ਸ਼ਾਦੀ ਕਰ ਦਿਆਂ। ਜੇ ਅੱਜ ਵਾਲਾ ਬਾਬਾ ਹੁੰਦਾ ਉਹਨੇ ਕਹਿਣਾ ਸੀ ਨਾ ਨਾ ਸ਼ਾਦੀ ਨਹੀਂ ਕਰਨੀ, ਵਿਆਹ ਨਹੀਂ ਕਰਨਾ, ਬਿਲਕੁਲ ਇਹ ਸਾਡੇ ਡੇਰੇ ਰਵੇ, ਕਿਉਂਕਿ ਬਾਬੇ ਨੇ ਆਪ ਨਹੀਂ ਵਿਆਹ ਕਰਵਾਇਆ ਤੇ ਚੇਲਿਆਂ ਨੂੰ ਕਦੋਂ ਕਹਿਣਗੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਮੈਂ ਹੈਰਾਨ ਹੁੰਨਾ ਕਿ ਸਾਡੇ ਲੋਕਾਂ ਦੀ ਮਾਨਸਿਕਤਾ ਇੱਥੋਂ ਤੱਕ ਚਲੀ ਗਈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਰੇ ਕੋਈ ਜੋ ਮਰਜ਼ੀ ਬੋਲੇ, ਸਾਡੇ ਬਾਬਾ ਜੀ ਬਾਰੇ ਨਾ ਕੋਈ ਕੁਝ ਕਵੇ, ਬਿਲਕੁਲ ਨਾ ਕਵੇ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਭਾਈ ਸੁੱਘਾ ਰੰਧਾਵਾ ਕਹਿੰਦਾ ਸਤਿਗੁਰੂ ਜੀ ਇਹਨਾਂ ਦੀ ਸ਼ਾਦੀ ਕਰ ਦਈਏ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿਉਂ ਨਹੀਂ, ਬਿਲਕੁਲ। ਅਚਲ ਬਟਾਲਾ ਜਿਹੜਾ ਨਗਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਆਗਿਆ ਮੰਨੀ, ਭਾਈ ਸੁੱਘਾ ਰੰਧਾਵਾ ਜੀ ਨੇ ਤੇ ਇਹਨਾਂ ਦੇ ਘਰੋਂ ਬੀਬੀ ਗੌਰਾ ਨੇ ਰਿਸ਼ਤਾ ਦੇਖਿਆ ਤੇ ਇੱਥੇ ਇੱਕ ਬੱਚੀ ਸੀ, ਉਹਦਾ ਨਾਮ ਸੀ ਮਰੋਆ ਕਰਕੇ। ਉਸ ਬੱਚੀ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੀ ਸ਼ਾਦੀ ਹੋਈ। ਉਸ ਸ਼ਾਦੀ ਵਿੱਚ ਇਤਿਹਾਸ ਕਹਿੰਦਾ ਜਗਤ ਗੁਰੂ ਨਾਨਕ ਪਾਤਸ਼ਾਹ ਵੀ ਸ਼ਾਮਲ ਹੋਏ। ਸਮੇਂ ਤੋਂ ਬਾਅਦ ਫਿਰ ਸਮਾਂ ਚੱਲਿਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀਆਂ ਰਹਿਮਤਾਂ ਸਦਕਾ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਦੇ ਵਿੱਚ ਫਿਰ 4 ਪੁੱਤਰਾਂ ਦਾ ਜਨਮ ਹੋਇਆ। ਭਾਈ ਸਿਧਾਰੀ ਜੀ, ਭਾਈ ਭਿਖਾਰੀ ਜੀ, ਭਾਈ ਮਹਿਮੂ ਜੀ ਤੇ ਭਾਈ ਭਾਨਾ ਜੀ। ਤੇ ਭਾਈ ਭਾਨਾ ਜੀ ਦੇ ਘਰ ਅੱਗੋਂ ਭਾਈ ਝੰਡਾ ਜੀ। ਖੈਰ ਜਿਹੜੀ ਬੇਨਤੀ ਕਰਾਂ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਹਿਮਤ ਵਰਤੀ ਤੇ ਜਦੋਂ ਕਰਤਾਰਪੁਰ ਦੀ ਧਰਤੀ ਤੇ ਭਾਈ ਲਹਿਣਾ ਆਇਆ,
ਗੁਰੂ ਨਾਨਕ ਦੇ ਦਰ ਦੀ ਸੇਵਾ ਕੀਤੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਰਹਿਮਤਾਂ ਕੀਤੀਆਂ ਤੇ ਭਾਈ ਲਹਿਣਾ ਜੀ ਨੇ ਅਸੀਸਾਂ ਲੈ ਕੇ ਫਿਰ ਉਹ ਜਿਹੜੀ ਗੁਰਤਾ ਗੱਦੀ ਵਾਲੀ ਰਸਮ ਜਿਹੜੀ ਮਰਿਆਦਾ ਸੀ ਨਾ, ਤੇ ਉਸ ਸਮੇਂ ਜਿਹੜੀ ਅਰਦਾਸ ਬੇਨਤੀ ਕੀਤੀ, ਉਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਹੁਕਮ ਦੇ ਮੁਤਾਬਕ ਉਸ ਸਮੇਂ ਬਾਬਾ ਬੁੱਢਾ ਜੀ ਹਾਜ਼ਰ ਸਨ। ਤੇ ਉਹ ਜਿਹੜੀ ਗੁਰਤਾ ਗੱਦੀ ਵਾਲੀ ਮਰਿਆਦਾ ਜਾਂ ਤਿਲਕ ਵਾਲੀ, ਇੱਥੇ ਤਿਲਕ ਦੇ ਅਰਥ ਕੋਈ ਸੰਧੂਰ ਨਹੀਂ, ਇੱਥੇ ਤਿਲਕ ਦੇ ਅਰਥ ਜੋ ਦੁਨਿਆਵੀ ਸਨਾਤਨੀ ਧਰਮ ਵਿੱਚ ਹੁੰਦਾ ਹੈ ਉਹ ਨਹੀਂ, ਇੱਥੇ ਤਿਲਕ ਦੇ ਅਰਥ ਨੇ ਗੁਰੂ ਦੇ ਸ਼ਬਦ ਦਾ ਤਿਲਕ, ਉਹ ਬਾਬਾ ਬੁੱਢਾ ਸਾਹਿਬ ਨੇ ਦਿੱਤਾ। ਤੇ ਫਿਰ ਉਥੋਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਚੁੱਪਚਾਪ ਖਡੂਰ ਸਾਹਿਬ ਦੀ ਧਰਤੀ ਤੇ ਆ ਕੇ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ। ਤੇ ਗੁਰੂ ਅੰਗਦ ਦੇਵ ਮਹਾਰਾਜ ਖਡੂਰ ਸਾਹਿਬ ਆ ਕੇ ਆਪਣੀ ਭੂਆ ਮਾਤਾ ਭਰਾਈ ਦੇ ਘਰ ਇੱਕ ਕਮਰੇ ਦੇ ਵਿੱਚ ਜਾ ਕੇ ਪ੍ਰਵੇਸ਼ ਕਰਕੇ ਇਹ ਕਹਿ ਦਿੱਤਾ ਕਿ ਆਪ ਜੀ ਨੇ ਕਿਸੇ ਨੂੰ ਕੁਝ ਵੀ ਦੱਸਣਾ ਨਾ, ਕਿਉਂਕਿ ਵਿਰਾਗ ਹੀ ਏਡਾ, ਜਿਸ ਪਿਆਰੇ ਸੋਨੇ ਹੋ ਤਿਸ ਆਗਿਆ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਤੇ ਇਧਰੋਂ ਜਦੋਂ ਕਰਤਾਰਪੁਰ ਤੋਂ ਬਾਬਾ ਬੁੱਢਾ ਸਾਹਿਬ ਆਪਣੇ ਨਗਰ ਆ ਗਏ, ਸੰਗਤਾਂ ਦੇ ਵਿੱਚ ਬੜੀ ਬੇਬਲਤਾ ਹੋਈ, ਸੰਗਤਾਂ ਬੜੀਆਂ ਉਦਾਸ ਉਪਰਾਮਤਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੋਤੀ ਜੋਤ ਸਮਾ ਗਏ। ਗੁਰੂ ਅੰਗਦ ਦੇਵ ਮਹਾਰਾਜ ਕਿਤੇ ਨਜ਼ਰ ਨਹੀਂ ਆ ਰਹੇ ਤੇ ਉਹਨਾਂ ਦੇ ਇੱਕਦਮ ਖਿਆਲ ਵਿੱਚ ਆਇਆ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਗੋਦ ਵਿੱਚ ਲੈ ਕੇ ਆਪਣੇ ਕਲੇਜੇ ਨਾਲ ਲਾ ਕੇ ਬੇਅੰਤ ਬਖਸ਼ਿਸ਼ਾਂ ਦੇ ਭੰਡਾਰ ਦੇ ਦਿੱਤੇ ਸਨ। ਤੇ ਇਹ ਬਚਨ ਆਖਿਆ ਸੀ ਬਾਬੇ ਬੁੱਢੇ ਨੂੰ ਕਿ ਬੁੱਢਿਆ ਗੁਰੂ ਨਾਨਕ ਤੇਰੇ ਤੋਂ ਕਦੀ ਓਲੇ ਨਾ ਹੋਸਾਂ, ਵੀ ਗੁਰੂ ਨਾਨਕ ਤੇਰੇ ਤੋਂ ਕਦੀ ਓਲੇ ਨਹੀਂ ਹੋਵੇਗਾ, ਜੋ ਤੂੰ ਕਹੇਗਾ ਜੋ ਤੂੰ ਮੰਨੇਗਾ ਤੇ ਉਹ ਗੱਲ ਤੇਰੀ ਪੂਰਨ ਹੋਵੇਗੀ। ਤੇ ਉਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਇਨ ਬਿਨ ਇਤਿਹਾਸਕ ਰੂਪ ਦੇ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਮਾਝ ਕੀ ਵਾਰ ਦੇ ਵਿੱਚ ਸ਼ਬਦ ਹੈ 150 ਅੰਗ ਦੇ ਉੱਪਰ, ਦੀਖਿਆ ਆਖ, ਦੀਖਿਆ ਦੇ ਅਰਥ ਹੁੰਦੇ ਨੇ ਸਿੱਖਿਆ ਦੇਣੀ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਦੇਖਿਆ ਜਿਸ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਖਿਆ ਸਿੱਖਿਆ ਦੇ ਦਿੱਤੀ, ਇੰਨੀ ਕੁ ਸਿੱਖਿਆ ਦਿੱਤੀ ਕਿ ਭਾਵ ਸਭ ਕੁਝ ਸਮਝਾ ਦਿੱਤਾ ਕਿ ਗੁਰੂ ਮਿਲਦਾ ਕਿਵੇਂ ਹੈ। ਤੇ ਜਿਹਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਤੇ ਫਿਰ ਉਹਨੂੰ ਕੁਝ ਦੱਸਣ ਦੀ ਲੋੜ ਹੈ। ਤਿੰਨ ਕੋ ਕਿਆ ਉਪਦੇਸੀਐ, ਨੂੰ ਉਪਦੇਸ਼ ਦੇਣ ਦੀ ਕੀ ਲੋੜ ਹੈ। ਸਾਨੂੰ ਸਿੱਖਾਂ ਨੂੰ ਕਿਸੇ ਹੋਰ ਤੋਂ ਉਪਦੇਸ਼ ਲੈਣ ਦੀ ਕੀ ਲੋੜ ਹੈ ਜਿਨ੍ਹਾਂ ਦਾ ਇੰਨਾ ਵੱਡਾ ਗੁਰੂ ਹੋਵੇ, ਖਜ਼ਾਨਾ ਹੋਵੇ। ਦੀਖਿਆ ਆਖ ਬੁਝਾਇਆ ਸਿਫਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦਿਓ। ਤੋ ਸੰਗਤਾਂ ਦੇ ਵਿੱਚ ਗੱਲ ਪ੍ਰਚਲਿਤ ਹੋਈ, ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਲੱਭ ਸਕਦੇ ਨੇ ਉਹ ਕੇਵਲ ਤੇ ਕੇਵਲ ਬਾਬਾ ਬੁੱਢਾ ਸਾਹਿਬ ਲੱਭ ਸਕਦੇ ਨੇ, ਕਿਉਂਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਤੇ ਬਾਬਾ ਬੁੱਢਾ ਸਾਹਿਬ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਸਭ ਕੁਝ ਪਤਾ ਲੱਗ ਸਕਦਾ ਹੈ ਉਹਨਾਂ ਬਾਰੇ। ਕਹਿੰਦੇ ਸੰਗਤ ਇਕੱਠੀ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਈ, ਜਿੱਥੇ ਅੱਜ ਨਾ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ, ਇਹ ਅਕਬਰ ਬਾਦਸ਼ਾਹ ਨੇ 12 ਪਿੰਡ ਪਰਗਣਾ ਝਬਾਲ ਨਗਰ ਜਿਹੜੇ ਉਸ ਇਲਾਕੇ ਦੇ ਨੇ, ਅਸੀਂ ਤੇ ਕੇਵਲ ਅਸੀਂ ਮਾਲਵੇ ਦੇ ਹਾਂ, ਪਰ ਅਸੀਂ ਦਰਸ਼ਨ ਦਿਦਾਰੇ ਕਰਨ ਕਈ ਦਫਾ ਗਏ ਹਾਂ। ਤੇ ਇਹ ਜਿਹੜੇ 12 ਪਿੰਡ ਸਨ, ਅਕਬਰ ਬਾਦਸ਼ਾਹ ਨੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੂੰ ਬੜੇ ਅਦਬ ਸਤਿਕਾਰ ਨਾਲ ਭੇਟ ਕੀਤੇ ਸਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਫਿਰ ਇਹ ਜਿਹੜਾ ਸਾਰਾ ਇਲਾਕਾ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਬੀੜ ਹੈ, ਸੰਘਣਾ ਘਣਾ ਜੰਗਲ ਸੀ, ਇੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਰਮਦਾਸ ਇਹਨਾਂ ਦਾ ਨਗਰ, ਜਿੱਥੇ ਬਾਬਾ ਬੁੱਢਾ ਸਾਹਿਬ ਜੀ ਬੜਾ ਲੰਮਾ ਸਮਾਂ ਉੱਥੇ ਇਹਨਾਂ ਨੇ ਸਮਾਂ ਗੁਜ਼ਾਰਨ ਕੀਤਾ। ਤੋ ਇਤਿਹਾਸ ਕਹਿੰਦਾ ਫਿਰ ਇੱਥੇ ਸੰਗਤ ਆਈ, ਅਰਜ਼ ਕੀਤੀ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਤੇ ਕਿਰਪਾ ਕਰਕੇ ਦੱਸੋ। ਤੋ ਉਸ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਸੰਗਤ ਨੂੰ ਲਿਆ ਖਡੂਰ ਸਾਹਿਬ ਦੀ ਧਰਤੀ ਤੇ, ਜਿੱਥੇ
ਗੁਰੂ ਅੰਗਦ ਦੇ ਮਹਾਰਾਜ ਜੀ ਦੀ ਭੂਆ ਮਾਤਾ ਭਰਾਈ ਜੀ ਹਨ ਉੱਥੇ ਚਲੇ ਗਏ। ਤੇ ਜਿਸ ਕੋਠੜੀ ਵਿੱਚ, ਜਿਸ ਕਮਰੇ ਵਿੱਚ ਗੁਰੂ ਅੰਗਦ ਦੇ ਮਹਾਰਾਜ ਜੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਵਿਛੋੜੇ ਦੇ ਕਾਰਨ, ਉਪਰਾਮਤਾ ਦੇ ਕਾਰਨ ਵਿਰਾਗ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਸਨ, ਤੇ ਭਾਵੇਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਆਖਿਆ ਕੋਈ ਦਰਵਾਜ਼ਾ ਨਾ ਖੋਲੇ, ਕਿਸੇ ਨੂੰ ਦੱਸਣਾ ਨਹੀਂ, ਪਰ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਦੱਸ ਗਏ ਸਨ ਵੀ ਜੇ ਦਰਵਾਜ਼ੇ ਬੰਦ ਹੋਣ ਤੇ ਉਹਨਾਂ ਬੰਦ ਦਰਵਾਜ਼ਿਆਂ ਦੇ ਵਿੱਚੋਂ ਗੁਰੂ ਨੂੰ ਪ੍ਰਗਟ ਕਿਵੇਂ ਕਰਨਾ ਹੈ। ਉਹ ਜੁਗਤੀ ਕੇਵਲ ਬਾਬਾ ਬੁੱਢਾ ਸਾਹਿਬ ਜੀ ਨੂੰ ਪਤਾ ਸੀ। ਇਤਿਹਾਸ ਕਹਿੰਦਾ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਸੰਗਤੀ ਰੂਪ ਦੇ ਵਿੱਚ ਗਏ ਤੇ ਉਸ ਕਮਰੇ ਦੇ ਸਾਹਮਣੇ ਬਹਿ ਕੇ ਬਾਬਾ ਬੁੱਢਾ ਸਾਹਿਬ ਜੀ ਨੇ ਰਬਾਬੀਆਂ ਨੂੰ ਆਖਿਆ ਕੀਰਤਨ ਕਰੋ। ਜੇ ਦਰਵਾਜ਼ੇ ਬੰਦ ਹੋਣ ਤੇ ਉਹਨਾਂ ਬੰਦ ਦਰਵਾਜ਼ਿਆਂ ਦੇ ਵਿੱਚੋਂ ਗੁਰੂ ਪ੍ਰਗਟ ਕਿਵੇਂ ਹੁੰਦਾ ਹੈ। ਜਿਵੇਂ ਇੰਜ ਕਹਿ ਲਓ ਸਾਡੇ ਸੁਰਤ ਦੇ ਦਰਵਾਜ਼ੇ, 5 ਤੱਤਾਂ ਦਾ ਸਰੀਰ ਹੈ, 10 ਇੰਦਰੇ ਨੇ, ਇਹ ਜੇ ਦਰਵਾਜ਼ੇ ਬੰਦ ਨੇ ਤੇ ਇਹਨਾਂ ਦੇ ਅੰਦਰੋਂ ਜਿਹੜਾ 10ਵਾਂ ਗੁਪਤ ਰਖਾਇਆ ਇਹਨੂੰ ਪ੍ਰਗਟ ਕਿਵੇਂ ਕਰਨਾ। ਉਹ ਪ੍ਰਗਟ ਹੋਵੇਗਾ ਗੁਰੂ ਦੀ ਸਿਫਤ ਨਾਲ, ਉਹ ਪ੍ਰਗਟ ਹੋਵੇਗਾ ਗੁਰੂ ਦੀ ਵਡਿਆਈ ਕਰਨ ਦੇ ਨਾਲ। ਕਹਿੰਦੇ ਜਦੋਂ ਰਬਾਬੀਆਂ ਨੇ ਕੀਰਤਨ ਸ਼ੁਰੂ ਕੀਤਾ ਤਾਂ ਉਸ ਸਮੇਂ ਧੰਨ ਸ਼੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਕੰਨਾਂ ਦੇ ਵਿੱਚ ਆਵਾਜ਼ ਪਈ ਸ਼ਬਦ ਦੀ, ਤੇ ਫਿਰ ਉਹ ਗੁਰੂ ਜਿਹੜਾ ਗੁਰਬਾਣੀ ਦੇ ਰਾਹੀਂ ਅਵਸਥਾ ਪ੍ਰਾਪਤ ਹੋਈ, ਉਹ ਫਿਰ ਅੰਦਰ ਕਿਵੇਂ ਰਹਿ ਸਕਦਾ। ਕਹਿੰਦੇ ਬਾਹਰ ਆ ਗਏ, ਸੰਗਤ ਨੂੰ ਦਰਸ਼ਨ ਦਿੱਤੇ ਤੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ, ਐ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਜੀਓ, ਤੁਹਾਨੂੰ ਬਖਸ਼ਿਸ਼ਾਂ ਦੇ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਗਏ ਹਨ, ਆਪ ਜੀ ਸੰਗਤ ਵਿੱਚ ਪ੍ਰਗਟ ਹੋਵੋ ਤੇ ਇਹਨਾਂ ਭੁੱਲੀਆਂ ਸੰਗਤਾਂ ਨੂੰ ਸਿੱਧੇ ਮਾਰਗ ਤੁਸੀਂ ਪਾਉਣਾ ਹੈ। ਭੁੱਲੇ ਸਿੱਖ ਗੁਰੂ ਸਮਝਾਏ। ਜੇ ਅਸੀਂ ਭੁੱਲੇ ਆ ਤੇ ਸਾਨੂੰ ਗੁਰੂ ਸਮਝਾਉਂਦਾ ਹੈ, ਪਰ ਜੇ ਗੁਰੂ ਸਮਝਾ ਰਹੇ ਆ ਤੇ ਜੇ ਅਸੀਂ ਸਮਝਣਾ ਨਹੀਂ ਚਾਹੁੰਦੇ ਤਾਂ ਮੇਰੇ ਸਤਿਗੁਰੂ ਜੀ ਬਾਣੀ ਵਿੱਚ ਪ੍ਰਮਾਣ ਦਿੰਦੇ ਨੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ ਅੰਧੇ ਏਕ ਨਾ ਲਾਗਈ, ਜੋ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਦੇ ਵਿੱਚ ਇੱਕ ਬਾਂਸ ਹੈ, ਉਹ ਅੰਦਰੋਂ ਖਾਲੀ ਹੈ, ਫੂਕ ਮਾਰੀਏ ਇੱਕ ਬੰਨਿਓ ਤੇ ਦੂਜੇ ਬੰਨੇ ਪਾਰ ਹੋ ਜਾਂਦੀ ਹੈ, ਉਹਦੇ ਵਿੱਚ ਖਲੋਂਦੀ ਨਹੀਂ। ਸਤਿਗੁਰਾਂ ਨੇ ਉਦਾਹਰਣ ਬਾਂਸ ਦੀ ਦਿੱਤੀ ਹੈ। ਕਹਿੰਦੇ ਸਤਿਗੁਰ ਸਾਚਾ, ਸੱਚਾ ਸਤਿਗੁਰੂ ਕੀ ਕਰ ਸਕਦਾ ਹੈ। ਜੇ ਸਿੱਖ ਹੀ ਆਪਣੇ ਗੁਰੂ ਤੋਂ ਦੂਰ ਹੋ ਜਾਏ ਫਿਰ ਤਾਂ ਉਹਦੀ ਬਿਰਤੀ ਸੁਭਾਅ ਇੰਜ ਕਹਿ ਲਓ ਉਸ ਬਾਂਸ ਵਰਗੀ ਹੈ। ਜੇ ਉਹਦੇ ਵਿੱਚ ਹਵਾ ਨਹੀਂ ਟਿਕਦੀ ਤੇ ਫਿਰ ਇਹਦੇ ਹਿਰਦੇ ਵਿੱਚ ਸ਼ਬਦ ਕਿੱਦਾਂ ਟਿਕੇਗਾ, ਜੇ ਹਿਰਦਾ ਹੀ ਕਹਿੰਦੇ ਬਾਂਸ ਵਰਗਾ ਹੈ। ਤਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉਸ ਸਮੇਂ ਸੰਗਤਾਂ ਦੇ ਵਿੱਚ ਦਰਸ਼ਨ ਦਿਦਾਰੇ ਦਿੱਤੇ। ਤਾਂ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਗੁਰਿਆਈ ਦਾ ਸ਼ਬਦ ਦਾ ਤਿਲਕ ਬਾਬਾ ਬੁੱਢਾ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਮਿਲਿਆ। ਤੇ ਗੁਰੂ ਅੰਗਦ ਦੇ ਮਹਾਰਾਜ ਜੀ ਸ਼ਰਨ ਵਿੱਚ ਬਾਬਾ ਅਮਰਦਾਸ ਜੀ ਆਏ ਤੇ ਫਿਰ ਉਹ ਜਿਹੜਾ ਗੁਰਤਾ ਗੱਦੀ ਦਾ ਤਿਲਕ ਸ਼ਬਦ ਦਾ ਸੀ ਉਹ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਅਰਦਾਸ ਬੇਨਤੀ ਕੀਤੀ। ਤਾਂ ਗੁਰੂ ਅਮਰਦਾਸ ਜੀ ਸ਼ਰਨ ਵਿੱਚ ਭਾਈ ਜੇਠਾ ਆਉਂਦੇ, ਉਹ ਵੀ ਬਖਸ਼ਿਸ਼ ਕਿਰਪਾ ਬਾਬਾ ਬੁੱਢਾ ਸਾਹਿਬ ਜੀ ਦੇ ਹਾਜ਼ਰੀ ਦੇ ਵਿੱਚ ਹਜ਼ੂਰ ਦੇ ਵਿੱਚ ਖਲੋ ਕੇ ਸਤਿਗੁਰਾਂ ਅਰਦਾਸ ਕੀਤੀ। ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਵੀ ਤੇ ਫਿਰ 6ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਇਤਿਹਾਸ ਇਹ ਕਹਿੰਦੇ ਪੰਥ ਦੇ ਮਹਾਨ ਵਿਦਵਾਨ ਹੋਏ ਨੇ ਡਾਕਟਰ ਗੰਡਾ ਸਿੰਘ ਜੀ, ਬੜੇ ਉਹ ਵਿਦਵਾਨ ਉੱਚ ਕੋਟੀ ਦੇ, ਉਹਨਾਂ ਨੇ ਲਿਖਿਆ ਹੈ। ਭਾਵੇਂ ਕਈ ਵਿਦਵਾਨਾਂ ਨੇ ਇਹਨਾਂ ਨੂੰ ਕੋਈ ਹੋਰ ਰੂਪ ਦੇ ਦਿੱਤਾ, ਪਰ ਉਹਨਾਂ ਨੇ ਸ਼ਬਦ ਦੀ ਰੌਸ਼ਨੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਬੜਾ ਲੰਮਾ ਸਮਾਂ ਗੁਜ਼ਰ ਗਿਆ, ਘਰ ਦੇ ਵਿੱਚ ਔਲਾਦ ਨਹੀਂ, ਸਤਿਗੁਰੂ ਆਨੰਦ ਵਿੱਚ ਨੇ, ਭਾਣੇ ਵਿੱਚ ਨੇ, ਪਰ ਕਹਿੰਦੇ ਪ੍ਰਿਥੀ ਚੰਦ ਉਹਦੇ ਘਰੋਂ ਬੀਤੀ ਕਰਮੋਂ। ਹਰ ਰੋਜ਼ ਕੋਈ ਨਾ ਕੋਈ ਵਿਉਂਤ ਬੰਦੀ, ਕੋਈ ਨਾ ਕੋਈ ਉਹ ਸਾਜ਼ਿਸ਼ ਵਰਤਦੀ ਹੈ। ਰੋਜ਼ ਆਪਣੇ ਪਤੀ ਨੂੰ ਕਹਿੰਦੀ ਹੈ, ਪਤੀ ਸਾਈਂ ਘਰ ਦੇ ਵਿੱਚ ਪੁੱਤਰ ਮਿਹਰਬਾਨ ਹੈ, ਗੁਰਤਾ ਗੱਦੀ ਕਹਿੰਦੇ ਆ ਵੇਖੋ ਤੁਹਾਡਾ ਜਿਹੜਾ ਭਰਾ ਨਾ ਛੋਟਾ ਅਰਜੁਨ ਦੇਵ ਲੈ ਗਿਆ। ਤੇ ਪ੍ਰਿਥੀ ਚੰਦ ਰੋਜ਼ ਕਹਿੰਦਾ ਕੋਈ ਗੱਲ ਨਹੀਂ, ਇਹਨਾਂ ਦੇ ਘਰੇ ਜਿਹੜਾ ਔਲਾਦ ਹੈ, ਇਹਨਾਂ ਦੇ ਘਰ ਕੋਈ ਬੱਚਾ ਨਹੀਂ ਤੇ ਆਪਣੇ ਘਰ ਵਿੱਚ ਪੁੱਤਰ ਮਿਹਰਬਾਨ ਹੈ, ਗੁਰਿਆਈ ਇਹਨੂੰ ਮਿਲੇਗੀ। ਇਹਨਾਂ ਨੇ ਤਾਂ ਸੰਸਾਰ ਤੋਂ ਖਾਲੀ ਹੋਈ ਜਾਣਾ, ਇਹਨਾਂ ਦੇ ਪੱਲੇ ਕੀ ਹੈ।
ਇਹ ਗੱਲ ਬੰਦਾ ਉਦੋਂ ਕਰਦਾ ਜਦੋਂ ਹੰਕਾਰੀ ਹੋਵੇ, ਤੇ ਫਿਰ ਜਾਂ ਬੰਦਾ ਅਗਿਆਨਤਾ ਦੇ ਹਨੇਰੇ ਵਿੱਚ ਡੁੱਬਿਆ ਹੋਵੇ। ਪਰ ਗੁਰੂ ਬੜਾ ਸਮਰੱਥ ਹੈ। ਗੁਰੂ ਬਹੁਤ ਬੇਅੰਤ ਹੈ। ਰੋਜ਼ ਤੁਸੀਂ ਬਾਣੀ ਵਿੱਚ ਬਚਨ ਪੜ੍ਹਦੇ ਹੋ, ਤਾਤੈ ਦਾਤ ਰੱਖੀ ਹੱਥ ਆਪਣੇ, ਜਿਸ ਭਾਵੈ ਤਿਸ ਦੇਈ। ਉਹ ਮਾਲਕ ਬੇਅੰਤ ਹੈ। ਸਤਿਗੁਰੂ ਹੋਏ ਦਇਆਲ, ਤਾਂ ਸ਼ਰਧਾ ਪੂਰੀ ਹੈ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਘਰੋਂ ਹੈ ਨਾ ਫਿਰ ਜਿਹੜੀ ਮਾਤਾ ਗੰਗਾ ਜੀ, ਕਿਉਂਕਿ ਸੁਭਾਵਕ ਹੈ ਜਦੋਂ ਕੰਨਾਂ ਦੇ ਵਿੱਚ ਕੋਈ ਬੋਲੀ ਪਵੇ, ਕੋਈ ਮਿਹਣਾ ਤਾਨਾ ਮਾਰੇ, ਕਿਤੇ ਨਾ ਕਿਤੇ ਤੇ ਬੰਦੇ ਦਾ ਮਨ ਉਬਾਲੇ ਖਾਂਦਾ ਹੈ। ਹੱਥ ਜੋੜ ਕੇ ਆਖਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ, ਤੁਸੀਂ ਸਿਰਫ ਪਤੀ ਨਹੀਂ, ਤੁਸੀਂ ਜਗਤ ਦੇ ਗੁਰੂ ਤੇ ਸਾਡੇ ਗੁਰੂ ਵੀ ਹੋ। ਰੋਜ਼ ਰੋਜ਼ ਮੇਰੇ ਮਿਹਣੇ ਚਰਨੀ ਹੁੰਦੇ, ਤੇ ਕਿਰਪਾ ਕਰਕੇ ਪੁੱਤਰ ਦੀ ਜਿਹੜੀ ਦਾਤ ਹੈ ਉਹਦਾ ਤੁਸੀਂ ਬਚਨ ਕਰੋ। ਤੇ ਵੇਖੋ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਜਿਹੜਾ ਮਾਣ ਹੈ ਨਾ, ਜਿਹੜਾ ਰੁਤਬਾ ਹੈ, ਸਤਿਕਾਰ ਹੈ, ਗੁਰੂ ਸਾਹਿਬ ਜੀ ਨੇ ਆਪਣੇ ਗੁਰਸਿੱਖਾਂ ਦੇ ਹਿੱਸੇ ਪਾਇਆ। ਤਾਂ ਇਤਿਹਾਸ ਕਹਿੰਦਾ ਵੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਖਿਆ ਕਿ ਇਹ ਕਿਰਪਾ ਗੁਰੂ ਨਾਨਕ ਦੇ ਦਰੋਂ ਘਰੋਂ ਵਰਸਾਏ ਹੋਏ ਬਾਬਾ ਬੁੱਢਾ ਸਾਹਿਬ ਜੀ ਬਚਨ ਕਰਨ ਤੇ ਇਹ ਕਿਰਪਾ ਹੋ ਜਾਣੀ। ਤਾਂ ਬਾਬਾ ਬੁੱਢਾ ਸਾਹਿਬ ਜੀ ਦੇ ਬਚਨਾਂ ਦੇ ਦੁਆਰਾ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ਿਸ਼ ਰਹਿਮਤ ਸਦਕਾ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਪੁੱਤਰ ਹੋਇਆ ਬਾਲਕ ਹਰਗੋਬਿੰਦ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਿਹੜੀ ਸ਼ਾਸਤਰ ਤੇ ਸ਼ਾਸਤਰ ਦੀ ਦੋਵੇਂ ਵਿਦਿਆ, ਇੱਕ ਸ਼ਾਸਤਰ ਦੀ ਤੇ ਇੱਕ ਸ਼ਾਸਤਰ ਦੀ, ਇਹ ਸਾਰੀ ਜਿਹੜੀ ਵਿਦਿਆ ਸੀ ਨਾ, ਇਹ ਬਾਬਾ ਬੁੱਢਾ ਸਾਹਿਬ ਜੀ ਦੀ ਦੇਖ ਰੇਖ ਹੇਠ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਤੀ ਗਈ। ਜਿਹੜੀਆਂ ਦੋ ਤਲਵਾਰਾਂ ਕਿਰਪਾਨਾਂ ਪਹਿਨੀਆਂ ਗਈਆਂ, ਇੱਕ ਮੀਰੀ ਦੀ ਇੱਕ ਪੀਰੀ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਇਹ ਵੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਸਹਿਯੋਗ ਤੇ ਉਹਨਾਂ ਦੀ ਹਜ਼ੂਰੀ ਦੇ ਵਿੱਚ ਇਹਨਾਂ ਨੂੰ ਮਿਲੀਆਂ। ਬਾਬਾ ਬੁੱਢਾ ਸਾਹਿਬ ਜੀ ਦੀ ਉਮਰ ਲਗਭਗ 125 ਸਾਲ ਹੋ ਗਈ ਤੇ ਹੁਣ ਅਖੀਰਲਾ ਸਮਾਂ ਆ ਗਿਆ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਖਸ਼ਿਸ਼ਾਂ ਦੇ ਮਾਲਕ, ਰਹਿਮਤਾਂ ਵਰਤਾ ਰਹੇ ਨੇ। ਤੇ ਇਧਰ ਰਮਦਾਸ ਦੀ ਧਰਤੀ ਤੇ ਬਾਬਾ ਬੁੱਢਾ ਸਾਹਿਬ ਜੀ ਅੰਤਮ ਸਮੇਂ ਫਿਰ ਯਾਦ ਕਰ ਰਹੇ ਨੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ। ਇਹ ਸਮਾਂ ਹੈ 1688 ਦਾ। ਇਤਿਹਾਸ ਕਹਿੰਦਾ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਦੀ ਇੱਛਾ ਹੈ ਕਿ ਜਿਸ ਸਮੇਂ ਪੰਜ ਭੂਤਕ ਸਰੀਰ ਤਿਆਗੀਏ ਤੇ ਇਹਦੇ ਵਿੱਚੋਂ ਸਵਾਸਾਂ ਰੂਪ ਪੂੰਜੀ ਭੌਰ ਜਦੋਂ ਉਡਾਰੀ ਮਾਰੇ, ਤਾਂ ਇੱਛਾ ਇਹ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੀ ਦੇਹ ਨੂੰ, ਮੇਰਾ ਜਿਹੜਾ ਸਰੀਰ ਹੈ ਇਹਨੂੰ ਚਿਖਾ ਦੇ ਉੱਪਰ ਤੁਸੀਂ ਰੱਖੋ ਤੇ ਅਗਨ ਭੇਟ ਵੀ ਤੁਸੀਂ ਆਪਣੇ ਹੱਥੀਂ ਕਰੋ। ਇਹ ਮੇਰੀ ਅੰਤਮਕ ਇੱਛਾ ਹੈ। ਗੁਰਬਿਲਾਸ ਪਾਤਸ਼ਾਹੀ ਦੇ ਕਰਤਾ ਨੇ ਜ਼ਿਕਰ ਕੀਤਾ ਹੈ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਏ ਤਾਂ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਇਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲਗਭਗ ਇੱਕ ਸਦੀ ਦੇ ਸਮੇਂ ਤੋਂ ਵੱਧ ਇਹਨਾਂ ਨੇਤਰਾਂ ਦੇ ਨਾਲ ਮੈਂ ਗੁਰੂ ਨਾਨਕ ਦੇ ਘਰ ਦੇ ਦਰਸ਼ਨ ਕੀਤੇ ਨੇ। ਮੈਂ ਗੁਰਬਾਣੀ ਦਾ ਯੁੱਗ ਵੀ ਦੇਖਿਆ ਤੇ ਮੈਂ ਕੁਰਬਾਨੀ ਦਾ ਯੁੱਗ ਵੀ ਦੇਖਿਆ ਹੈ, ਤੇ ਹੁਣ ਕਿਰਪਾ ਕਰੋ ਮੈਨੂੰ ਕੋਈ ਉਪਦੇਸ਼ ਬਖਸ਼ੋ। ਇੱਥੇ ਫਿਰ ਉਹ ਸ਼ਬਦ ਮੈਨੂੰ ਚੇਤੇ ਆਉਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਦੀਖਿਆ ਭਾਵ ਸਿੱਖਿਆ, ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ। ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੰਨੀ ਸਿੱਖਿਆ ਦੇ ਕੇ ਸਭ ਕੁਝ ਸਮਝਾ ਬੁਝਾ ਦਿੱਤਾ ਹੋਵੇ ਤੇ ਉਹਨਾਂ ਨੂੰ ਉਪਦੇਸ਼ ਦੇਣ ਦੀ ਅਜੇ ਵੀ ਕੋਈ ਬਾਕੀ ਲੋੜ ਹੈ। ਦੀਖਿਆ ਆਖ ਬੁਝਾਇਆ, ਸਿਫਤੀ ਸੱਚ ਸਮੇਓ, ਤਿੰਨ ਕੋ ਕਿਆ ਉਪਦੇਸੀਆ ਜਿਨ ਗੁਰੂ ਨਾਨਕ ਦਿਓ। ਜਿਨ੍ਹਾਂ ਨੂੰ ਗੁਰੂ ਨਾਨਕ ਦੇ ਘਰੋਂ ਇੰਨੀਆਂ ਬਖਸ਼ਿਸ਼ਾਂ ਮਿਲ ਗਈਆਂ, ਇੰਨਾ ਉਪਦੇਸ਼ ਮਿਲ ਗਿਆ। ਛੇਵੇਂ ਸਤਿਗੁਰੂ ਕਹਿਣ ਲੱਗੇ ਹੁਣ ਮੈਂ ਤੁਹਾਨੂੰ ਕੀ ਉਪਦੇਸ਼ ਦੇਵਾਂ। ਇਤਿਹਾਸ ਇਹ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਦਾ ਸੀਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੀ ਗੋਦ ਵਿੱਚ ਲਿਆ। ਇਤਿਹਾਸ ਵੀ ਜ਼ਰੂਰੀ ਹੈ ਤੇ ਗੁਰਬਾਣੀ ਵੀ ਜ਼ਰੂਰੀ ਹੈ। ਜੇ ਤੁਸੀਂ ਅੰਦਰੋਂ ਆਤਮਿਕ ਗਿਆਨ ਚਾਹੁੰਦੇ ਹੋ ਫਿਰ ਉਹ ਤੁਹਾਨੂੰ ਮਿਲੇਗਾ ਗੁਰਬਾਣੀ ਰਾਹੀਂ।
ਜੇ ਤੁਸੀਂ ਆਪਣੀ ਮਰੀ ਜ਼ਮੀਰ ਤੇ ਅਣਖ ਖਤਮ ਹੋ ਚੁੱਕੀ ਹੈ, ਉਹਦੀ ਪ੍ਰੇਰਨਾ ਤੁਹਾਨੂੰ ਮਿਲੇਗੀ ਇਤਿਹਾਸ ਦੇ ਰਾਹੀਂ। ਇਤਿਹਾਸ ਰਾਹੀਂ ਤੇ ਗੁਰ ਇਤਿਹਾਸ ਰਾਹੀਂ ਦੋ ਚੀਜ਼ਾਂ ਨੇ, ਇੱਕ ਹੈ ਇਤਿਹਾਸ, ਇੱਕ ਹੈ ਗੁਰ ਇਤਿਹਾਸ। ਖੈਰ ਬੇਨਤੀ ਕਰਾਂ, ਬਾਬਾ ਬੁੱਢਾ ਸਾਹਿਬ ਨੇ ਜਦੋਂ ਸੀਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਲੱਗੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਹੱਥ ਅੱਗੇ ਕੀਤੇ। ਇਤਿਹਾਸ ਕਹਿੰਦਾ ਫਿਰ ਅੰਤਮ ਸਮਾਂ ਆਪਣੀ ਝੋਲੀ ਦੇ ਵਿੱਚ ਪਾ ਲਿਆ ਤੇ ਮੁਖ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹੱਥ ਫੇਰਦੇ ਰਹੇ ਕਿ ਵਾਹ ਧੰਨ ਬਾਬਾ ਬੁੱਢਾ ਸਾਹਿਬ। ਇਹ ਅੱਖਾਂ, ਇਹ ਨੇਤਰ ਵੇਖੋ, ਪੜੋ ਗੁਰਬਾਣੀ ਨੂੰ। ਭਾਵੇਂ ਇਸ ਸਰੀਰ ਨੂੰ ਗੁਰਬਾਣੀ ਵਿੱਚ ਮੈਲਾ ਆਖਿਆ, ਇਹਨੂੰ ਨਾਸਵੰਤ ਵੀ ਆਖਿਆ, ਜਜਰੀ ਵੀ ਆਖਿਆ, ਪਰ ਗੁਰਬਾਣੀ ਵਿੱਚ ਇਸ ਸਰੀਰ ਨੂੰ ਨਿਰਮਲ ਵੀ ਆਖਿਆ ਹੈ। ਉਹ ਕਿਹੜਾ ਸਰੀਰ ਹੈ? ਪੜੋ ਬਾਣੀ। ਪਾਤਸ਼ਾਹ ਕਹਿੰਦੇ ਨੇ, ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ। ਉਹ ਤਨ ਸਰੀਰ ਇੰਨਾ ਕੁ ਨਿਰਮਲ ਹੈ ਜਿਸ ਸਰੀਰ ਦੇ ਵਿੱਚ ਰਹਿੰਦਿਆਂ ਕਹਿੰਦੇ ਪਾਪ ਅਪਰਾਧ ਕਰਨਾ ਤਾਂ ਕੀ ਹੈ, ਭਾਵ ਸਰੀਰ ਦੇ ਵਿੱਚ ਰਹਿੰਦਿਆਂ ਫੁਰਨਾ ਹੀ ਨਹੀਂ ਬਣਿਆ। ਉਹ ਸਰੀਰ ਇੰਨਾ ਕੁ ਨਿਰਮਲ। ਸੋ ਤਨ ਨਿਰਮਲ ਜਿਤ ਉਪਜੈ। ਉਪਜੈ ਦੇ ਅਰਥ ਨੇ ਪ੍ਰਗਟ ਨਹੀਂ ਹੋਇਆ। ਜਿਤ ਉਪਜੈ ਨਾ ਪਾਪ, ਕਹਿੰਦੇ ਉਸ ਸਮੇਂ ਮੁਖ ਦੇ ਉੱਪਰ ਹੱਥ ਫੇਰ ਰਹੇ ਨੇ। ਤੇ ਗੁਰ ਬਿਲਾਸ ਪਾਤਸ਼ਾਹੀ 6ਵੀਂ ਦਾ ਕਰਤਾ ਕਹਿੰਦੇ ਚਿਖਾ ਉੱਪਰ ਜਬ ਬੂਢੇ ਧਰੀ ਥੇ, ਸ਼੍ਰੀ ਹਰਗੋਬਿੰਦ ਤੇ ਨੈਣ, ਸ਼੍ਰੀ ਹਰਗੋਬਿੰਦ ਤੇ ਨੈਣ ਤੇ ਵਰਸਿਓ ਅਸਨੇਹ। ਭਾਵ ਜਦੋਂ ਚਿਖਾ ਦੇ ਉੱਪਰ ਧਰਿਆ ਨਾ ਸਰੀਰ ਬਾਬਾ ਬੁੱਢਾ ਸਾਹਿਬ ਦਾ, ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨੇਤਰਾਂ ਦੇ ਵਿੱਚੋਂ ਗੰਗਾ ਜਲ ਵਹਿ ਤੁਰੀ। ਸਤਿਗੁਰੂ ਜੀ ਵੀ ਵਿਰਾਗ ਦੇ ਵਿੱਚ ਆ ਗਏ, ਕਿਉਂਕਿ ਇਹ ਰੋਣਾ ਨਹੀਂ ਸੀ, ਇਹ ਇੱਕ ਵਿਛੋੜੇ ਦਾ ਹਿਰਦੇ ਵਿੱਚੋਂ ਨਿਕਲਿਆ ਹੋਇਆ ਵਿਰਾਗ ਸੀ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਹੱਥੀਂ ਬਾਬਾ ਬੁੱਢਾ ਸਾਹਿਬ ਜੀ ਦਾ ਸੰਸਕਾਰ ਕੀਤਾ ਤੇ ਅਗਨ ਭੇਟ ਕੀਤਾ। ਬਹਾਦਰ ਬਿਧੀ ਚੰਦ ਵਰਗੇ ਅਨੇਕਾਂ ਗੁਰਸਿੱਖ ਉਸ ਸਮੇਂ ਉੱਥੇ ਹਾਜ਼ਰ ਸਨ। ਤੇ ਅੱਜ ਆਪਾਂ ਉਸ ਮਹਾਨ ਸ਼ਖਸੀਅਤ ਜਿਹਦੇ ਨਾਮ ਦੇ ਨਾਲ ਇੱਕ ਨਹੀਂ ਅਨੇਕਾਂ ਤਖੱਲਸ ਜੁੜਦੇ ਨੇ, ਉਹ ਪਰਉਪਕਾਰੀ ਵੀ ਨੇ, ਉਹ ਵਿਦਿਆ ਦੇ ਦਾਤੇ ਵੀ ਨੇ, ਉਹ ਸ਼ਸਤਰਧਾਰੀ ਵੀ ਨੇ, ਤੇ ਉਹ ਸੇਵਾ ਤੇ ਸਿਮਰਨ ਦੇ ਪੁੰਜ ਵੀ ਨੇ। ਤੇ ਜਦੋਂ ਸ਼੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਬੌਲੀ ਸਾਹਿਬ ਦਾ ਜਿਹੜਾ ਟੱਕ ਲਾਇਆ ਸੀ ਨਾ, ਜਦੋਂ ਟੱਕ ਲਾਉਣਾ ਸੀ ਤਾਂ ਉਹ ਪਹਿਲਾ ਟੱਕ ਗੁਰੂ ਅਮਰਦਾਸ ਸਿੰਘ ਜੀ ਨੇ ਬਾਬਾ ਬੁੱਢਾ ਸਿੰਘ ਜੀ ਤੋਂ ਲਗਵਾਇਆ ਸੀ। ਤੇ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਰਨ ਲੱਗੇ ਸਨ, ਇਤਿਹਾਸ ਕਹਿੰਦਾ ਕਿਸੀ ਰਾਜ ਮਜ਼ਦੂਰ ਹਾਥ ਨਾ ਲਾਇਓ, ਬੂਢੇ ਔਰ ਗੁਰਦਾਸ ਬਣਾਇਓ। ਕਿਸੇ ਹੋਰ ਨੂੰ ਨਹੀਂ ਨੇੜੇ ਆਉਣ ਦਿੱਤਾ। ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਰੱਖਣ ਲੱਗੇ ਆ, ਤੇ ਨੀਂਹ ਪੱਥਰ ਵੀ ਤੇ ਤਖਤ ਵੀ ਅਕਾਲ ਦਾ, ਤੇ ਉਹਦਾ ਨੀਂਹ ਪੱਥਰ ਰੱਖਣ ਵਾਲੇ ਵੀ ਅਕਾਲ ਦੇ ਹੀ ਪੁਜਾਰੀ ਚਾਹੀਦੇ ਨੇ। ਬੂਢੇ ਔਰ ਗੁਰਦਾਸ ਬਣਾਇਓ, ਕਿਸੀ ਰਾਜ ਹੱਥ ਨਾ ਲਗਾਇਓ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਨੀਂਹ ਪੱਥਰ ਰੱਖਿਆ ਸੀ। ਉਹ ਅਕਾਲ ਦਾ ਤਖਤ ਹੈ ਤੇ ਉਹਨੂੰ ਕੋਈ ਖਤਰਾ ਨਹੀਂ। ਜਿਹੜੇ ਅੱਜ ਅਕਾਲ ਤਖਤ ਸਾਹਿਬ ਜੀ ਦੀ ਆੜ ਵਿੱਚ ਡੀਂਗਾ ਮਾਰਦੇ ਤੇ ਲਿਲਕੜੀਆਂ ਫੜਦੇ, ਉਹ ਸਿੱਖੋ ਅਕਾਲ ਤਖਤ ਸਾਹਿਬ ਨੂੰ ਖਤਰਾ ਹੈ, ਅਕਾਲ ਤਖਤ ਨੂੰ ਖਤਰਾ। ਇਹ ਤਾਂ ਖਤਰੇ ਦੂਰ ਕਰਦਾ। ਖਤਰਾ ਦਰਅਸਲ ਤੁਹਾਡੀਆਂ ਲੀਡਰੀਆਂ ਨੂੰ ਹੈ, ਖਤਰਾ ਤੁਹਾਡੀਆਂ ਕੁਰਸੀਆਂ ਨੂੰ ਹੈ। ਅਕਾਲ ਤਖਤ ਤਾਂ ਖਤਰੇ ਦੂਰ ਕਰਦਾ ਹੈ, ਤੇ ਜਿਹੜਾ ਹੋਇਆ ਹੀ ਅਕਾਲ ਦਾ ਤਖਤ, ਉਹਨੂੰ ਕਦੀ ਕੋਈ ਖਤਰਾ ਨਹੀਂ। ਤੇ ਜਿਨ੍ਹਾਂ ਨੇ ਇਹਦੇ ਲਈ ਖਤਰੇ ਪੈਦਾ ਕੀਤੇ, ਉਹ ਖੁਦ ਕਾਲ ਦੇ ਮੂੰਹ ਦੇ ਵਿੱਚ ਚਲੇ ਗਏ। ਉਹ ਆਪਾਂ 31 ਅਕਤੂਬਰ ਨੂੰ ਸ਼ਹੀਦੀ ਦਿਹਾੜਾ ਮਨਾਵਾਂਗੇ, ਉਦੋਂ ਵੀ ਬੇਨਤੀ ਕਰਾਂਗੇ। ਹੈਰਾਨਗੀ ਹੁੰਦੀ ਹੈ, ਨਮੋਸ਼ੀ ਹੁੰਦੀ ਹੈ। ਤੇ ਮੈਂ ਕਈ ਦਫਾ ਦੇਖਦਾ ਵੀ ਇਸ ਅਸਥਾਨ ਤੇ ਇਲਾਕੇ ਦੀ ਸੰਗਤ ਤੇ ਇਹ ਅਸਥਾਨ, ਇਹ ਕੋਈ ਚਾਪਲੂਸੀ ਨਹੀਂ, ਭਾਵੇਂ ਉਹ ਪੁਰਾਣੇ ਪ੍ਰਬੰਧਕ ਭਾਵੇਂ ਨਵੇਂ, ਪਰ ਮੈਂ ਤਾਂ ਜਦੋਂ ਦਾ ਆਇਆ ਵੀ ਜਦੋਂ ਦੀ ਇਤਿਹਾਸ ਦੀ ਗੱਲ ਕਰਦਾ, ਮੈਨੂੰ ਅਜੇ ਤੱਕ ਤੇ ਨਹੀਂ ਕਿਸੇ ਨੇ ਕਿਹਾ ਵੀ ਆਹ ਬੋਲੋ ਤੇ ਇਹ ਨਾ ਬੋਲੋ।
ਤੇ ਨਹੀਂ ਤੁਸੀਂ ਆਲੇ ਦਾਲੇ ਕਿਤੇ ਦੂਰ ਦੁਰਾਡੇ ਜਾ ਕੇ ਸ਼ਹੀਦਾਂ ਦੀ ਤੇ ਪੰਥ ਦੀ ਗੱਲ ਕਰਨੀ ਬੜੀ ਔਖੀ ਗੱਲ ਹੈ। ਦੂਜੇ ਵਾਰੀ ਨਹੀਂ ਤੁਹਾਨੂੰ ਨਾ ਕਥਾ ਕਰਨ ਦੇਣੀ, ਪਰ ਇਹ ਗੁਰੂ ਦੀ ਆਪਾਂ ਕਿਰਪਾ ਹੀ ਕਹਿ ਸਕਦੇ ਹਾਂ। ਸ਼ਹੀਦਾਂ ਦਾ ਅਸਥਾਨ ਹੈ, ਇਹ ਕੋਈ ਗੁਰੂ ਦੀ ਰਹਿਮਤ ਹੈ। ਤੇ ਅੱਜ ਆਪਾਂ ਉੱਥੇ ਹਰ ਇੱਕ ਇੱਥੇ ਸ਼ਹੀਦੀ ਦਿਹਾੜਾ ਗੁਰਪੁਰਬ ਤੇ ਲੰਘ ਚੁੱਕੇ ਸਮੇਂ ਦੇ ਵਿੱਚ ਜਿਹੜੇ ਵੀ ਸ਼ਹੀਦ ਹੋਏ ਤੇ ਸ਼ਹੀਦਾਂ ਦੇ ਅਸਥਾਨ ਤੇ ਜੇ ਸ਼ਹੀਦੀ ਦੀ ਗੱਲ ਨਹੀਂ ਤੇ ਫਿਰ ਗੱਲ ਆਪਾਂ ਕਰਨੀ ਕਿਹਦੀ ਹੈ। ਤਾਂ ਅੱਜ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਜਿੱਥੇ ਜਨਮ ਦਿਵਸ ਮਨਾਇਆ ਤੇ ਨਾਲੋਂ ਨਾਲ ਉਹਨਾਂ ਨੂੰ ਆਪਾਂ ਯਾਦ ਵੀ ਕੀਤਾ ਹੈ। ਸੋ ਆਓ ਸਮੇਂ ਦੇ ਦਾਇਰੇ ਦੇ ਵਿੱਚ ਰਹਿੰਦਿਆਂ ਜੋ ਸ਼ਬਦ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਪੌੜੀ ਆਨੰਦ ਸਾਹਿਬ ਜੀ ਪਾਵਨ ਬਾਣੀ ਦੇ ਵਿੱਚ ਆਪਾਂ ਸ਼ਰਵਣ ਕਰਦੇ ਆ ਰਹੇ ਹਾਂ, ਇਹ 23ਵੀਂ ਪੌੜੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਸਾਰੀ ਸੰਗਤ ਪਿਆਰ ਅਦਬ ਸਤਿਕਾਰ ਸਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਕਹਿੰਦੇ ਜੇ ਕੋਈ ਇਨਸਾਨ ਮਨੁੱਖ ਪ੍ਰਾਣੀ ਗੁਰੂ ਤੋਂ ਬੇਮੁਖ ਹੋ ਜਾਏ, ਗੁਰੂ ਤੋਂ ਮੁਨਕਰ ਹੋ ਜਾਏ, ਦੁਨੀਆ ਦੇ ਪਦਾਰਥਾਂ ਤੇ ਮਾਇਆ ਕਰਕੇ, ਤਾਂ ਸਤਿਗੁਰੂ ਜੀ ਕਹਿੰਦੇ ਫਿਰ ਸਤਿਗੁਰੂ ਤੋਂ ਬਿਨਾਂ ਉਹਦੀ ਮੁਕਤੀ ਨਹੀਂ ਹੋ ਸਕਦੀ। ਮੁਕਤੀ ਤੋਂ ਭਾਵ ਸਰੀਰਕ ਮੁਕਤੀ ਨਹੀਂ, ਜਿਹੜਾ ਮਨ ਉਹਦਾ ਵਾਸ਼ਨਾਵਾਂ ਦੇ ਵਿੱਚ ਬੱਝਿਆ ਹੋਇਆ ਨਾ, ਉਹਦੀ ਮੁਕਤੀ ਕਿੱਥੋਂ ਹੋਣੀ ਹੈ? ਉਹਦਾ ਉਪਾਅ ਵੀ ਮੇਰੇ ਗੁਰੂ ਅਮਰਦਾਸ ਜੀ ਆਪਣੀ ਬਾਣੀ ਦੇ ਰਾਹੀਂ ਹੀ ਜ਼ਿਕਰ ਕਰ ਰਹੇ ਨੇ। ਪਾਵੈ ਮੁਕਤ ਨਾਮ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਬਵੇਕੀਆਂ ਦੇ ਅਰਥ ਨੇ ਸੂਝਵਾਨ, ਗਿਆਨਵਾਨ ਸਤਿਪੁਰਸ਼। ਤੇ ਜਿਨ੍ਹਾਂ ਦਾ ਆਪਾਂ ਅੱਜ ਮਨਾ ਰਹੇ ਹਾਂ ਜਨਮ ਦਿਨ, ਆਗਮਨ ਦਿਵਸ ਮਨਾ ਰਹੇ ਹਾਂ ਬਵੇਕੀਆਂ। ਬਵੇਕੀਆਂ ਦੇ ਅਰਥ ਨੇ ਗਿਆਨਵਾਨ, ਜਿਨ੍ਹਾਂ ਦੀ ਆਤਮਿਕ ਉੱਚੀ ਅਵਸਥਾ, ਉਹਨੂੰ ਗੁਰਬਾਣੀ ਨੇ ਬਵੇਕੀ ਆਖਿਆ। ਬਵੇਕੀ ਹੋਰ ਵੀ ਨੇ ਸਾਡੇ ਪੰਥ ਵਿੱਚ, ਹੁਣ ਉਹ ਸਮਾਂ ਨਹੀਂ। ਪਰ ਸਤਿਗੁਰੂ ਕਹਿੰਦੇ ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਉਹਨਾਂ ਗਿਆਨਵਾਨ ਸਤਿਪੁਰਸ਼ਾਂ ਨੂੰ ਜਾ ਕੇ ਪੁੱਛੋ ਤਾਂ ਸਹੀ ਕਿ ਗੁਰੂ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਤੁਹਾਡੀ ਮੁਕਤੀ ਹੋ ਗਈ? ਕੀ ਤੁਹਾਡਾ ਆਤਮਿਕ ਜੀਵਨ ਜਿਹੜਾ ਉੱਚਾ ਹੋ ਗਿਆ? ਤਾਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਬਿਲਕੁਲ ਨਹੀਂ। ਉਹੀ ਉਪਦੇਸ਼ ਤੁਹਾਨੂੰ ਜਿਹੜੇ ਗਿਆਨਵਾਨ ਹਨ ਉਹ ਬਿਲਕੁਲ ਇਹੀ ਦੇਣਗੇ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਤੇ ਫਿਰ ਕੀ ਹੋਵੇਗਾ? ਅਨੇਕ ਜੋਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨ ਪਾਏ। ਫਿਰ ਅਨੇਕਾਂ ਜੂਨਾਂ ਦੇ ਵਿੱਚੋਂ ਦੀ ਉਹਨਾਂ ਨੂੰ ਲੰਘਣਾ ਪਏਗਾ। ਕਿਹੜੀਆਂ ਜੂਨਾਂ? ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਪੁਰੰਗਾ। ਪਤਾ ਨਹੀਂ ਕਦੀ ਹਿਰਨ ਬਣੇ, ਮੀਨ ਮੱਛੀਆਂ ਬਣੇ, ਪਤਾ ਨਹੀਂ ਕਿਹੜੀਆਂ ਜੂਨਾਂ ਦੇ ਵਿੱਚੋਂ ਦੀ ਆਪਾਂ ਲੰਘ ਕੇ ਆਏ ਆ। ਸਤਿਗੁਰੂ ਜੀ ਕਹਿੰਦੇ ਜੇ ਸਮਾਂ ਨਾ ਸੰਭਾਲਿਆ ਤੇ ਪਤਾ ਨਹੀਂ ਹੋਰ ਕਿਹੜੀਆਂ ਜੂਨਾਂ ਦੇ ਵਿੱਚੋਂ ਦੀ ਜਾਣਾ ਪਏਗਾ। ਅਨੇਕ ਜੋਨੀ ਭਰਮ ਆਵੇ, ਅਨੇਕਾਂ ਜੋਨੀਆਂ ਦੇ ਵਿੱਚੋਂ ਦੀ ਭਰਮ ਕੇ ਕਹਿੰਦੇ ਬੰਦਾ ਫਿਰ ਮੁੜ ਕੇ ਕਿੱਥੇ ਆਉਣਾ ਪਏਗਾ? ਜੇ ਮੁਕਤੀ ਹੋਵੇਗੀ ਤਾਂ ਫਿਰ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਕਰਕੇ। ਅਨੇਕ ਜੋਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਜਿੱਥੇ ਮਰਜੀ ਭਜਨੀ ਤੇ ਜੂਨਾ ਭੁਗਤਣ ਤੋਂ ਬਾਅਦ ਜੇ ਤੇਰੀ ਮੁਕਤੀ ਹੋਵੇਗੀ ਤਾਂ ਉਹ ਕੇਵਲ ਗੁਰਬਾਣੀ ਰਾਹੀਂ। ਅਖੀਰ ਵਿੱਚ ਬਚਨ ਕਰਦੇ ਨੇ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਫਿਰ ਤੂੰ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ, ਚਰਨੀ ਕੀ ਹੈ? ਚਰਨ ਕਿਹੜੇ ਨੇ? ਚਰਨ ਤੋਂ ਭਾਵ ਹੈ ਗੁਰੂ ਦਾ ਉਪਦੇਸ਼। ਜਨ ਕੇ ਚਰਨ ਵਸੈ, ਮੇਰਾ ਹੀ ਹਰੈ ਸੰਗ ਪੁਨੀਤਾ ਦੇਹੀ। ਭਾਵ ਇਹ ਦੇਹ ਜਿਹੜਾ ਸਰੀਰ ਹੈ ਨਾ, ਇਹ ਵੀ ਸਤਿਕਾਰਯੋਗ ਹੋ ਜਾਂਦਾ ਹੈ। ਕਿਉਂ? ਕਿਉਂਕਿ ਜਿਸ ਹਿਰਦੇ ਦੇ ਵਿੱਚ ਗੁਰੂ ਦੇ ਉਪਦੇਸ਼ ਰੂਪ ਚਰਨ
जिस हिरदे दे विच गुरु की बाणी का वासा हो गया फिर मुक्त पाए। पहला सतगुरु जी कहते हैं आरंभक पंक्तियां विच कि गुरु तो बिना मुक्ति नहीं होनी, बंदिया जिथे मर्जी भज ली। फिर आप दस रहे हैं कि ज्ञानवानां नूं पुछ लै जाके, अगे दसदे ने जूना दे विचों दी भटक के आएगा ते तेरी मुक्ति कहते बिन सतगुर मुक्त न पाए। गुरु तो बिना नहीं होनी ते अगे जाके कहते फिर मुक्त पाए। पातशाह कृपा करो, ये तो दस दिओ भी मुक्ति हो सकती है, कोई आप जी हीला वसीला दसो। सतगुरु जी दोवें ही कारण दस रहे हैं। एक तो कारण रीजन दसते हैं कि जिथे मर्जी भज ली, ते फिर जाके ये भी दसते हैं, तरीका भी दसते हैं ने कहते तरीका ये है फिर मुक्त पाए। लाग चरनी सतगुरु शब्द सुनाए। ते जदों पूर्ण गुरु के उपदेश नूं जीवन विच लागू करेगा, जदों गुरु के शब्द नूं हिरदे दे विच वसाएगा सुनेगा, तो पातशाह जी कहते तेरी मुक्ति जिउंदे जी इसे जन्म दे विच तेरी मुक्ति हो जानी है। इसे जन्म दे विच मरण तो बाद मुक्ति हुई है या नहीं वो तो नहीं पता, पर गुरबाणी कहती है कि शमशान घाट पहुंचण तो पहलों जेड़ा बंदा रब दे घाट ते पहुंच जे, शरीर छड्डण तो पहलों जिस बंदे ने बाणी नूं समझ लिया वो बंदा जिउंदे जी ब्रह्म ज्ञानी है। पर तन शमशान घाट ते पहुंच जाता है, पर यह रब के घाट ते कहते कभी नहीं आया, कभी पहुंचे ही नहीं। मैं एक बेनती करा, मैं आस्ट्रेलिया सी, उत्थे किसी बंदे की डैथ होई ते ओ कहते ज्ञानी जी असीं उहदी बॉडी ना गुरुद्वारा साहब बाहर लैके आए हाँ, ते तुसीं अरदास भी करनी है ते सरोपा भी देना है। की गल सरोपा उन्हें चमकौर की जंग जीती है, फिर सरोपा देइए, ये हकीकत है। मैं गुरु की हजूरी में बैठा, कहते नहीं सरोपा देना है। मैं कहा नहीं, मैं बिल्कुल नहीं देना। कल भजाउण की बजाय भावें अज भजा दिओ। वेखो एक मरे हुए इंसान के शरीर नूं तुसीं गुरु के दरबार गेट अगे लिया के रखते हो, ते अगे किसी बच्चे का आनंद कारज होवे, ये पिरत जे अज ना रोकी इत्थे तां मेरे गुरुद्वारा घाट ते शमशान घाट वध नज़र आऊगा। जे अज यही अरदास करती, इनू सरोपा पा दिता, तो फिर कल नूं अगला दूजा भी कहेगा इनू भी पाओ। ते ये सच है, कर्म कांड की रीत शुरू करनी बड़ी सौखी है, उन्होंने मिटाउण वास्ते बहुत टाइम लगता है, बहुत समा। इसलिए गुरु घर नहीं सोझी देने वास्ते, क्योंकि गुरु के घर दे विचों सानू मिलता ज्ञान। इत्थे कोई कर्म कांड नहीं, कर्म कांड शुरू कर लोगे उन्होंने तुहानू मिटाउण वास्ते बहुत कुछ करना पएगा। इत्थे मैं जी बेनती कर रहा सा, जिउंदे जी तन शमशान घाट पहुंचण तो पहलों कहते ये मन गुरु के घाट ते पहुंच जे। जेड़ा बंदा जिउंदे जी गुरुद्वारे नहीं आया ते मरण तो बाद उसकी बॉडी गुरुद्वारे लियाउणी, तो फिर कहना नहीं पएगा भी साडे बिजलियां नहीं लगन वालियां, भी असीं हिल नहीं गए, भी असीं मरे नूं गुरुद्वारे चक्की लिया रहे हैं। चलो जिथे फ्यूनल होंदा है उत्थे तां आपां पाठ करदे हां, अरदास करदे हां, एक मर्यादा चली आ रही है। पर कहंदे जे ये रीत चल पे भला इहनूं खत्म कौन करे।